ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਆਇਆ। ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ, ਸਤਿਗੁਰੂ ਜੀ ਦੀ ਅਪਾਰ ਨਜ਼ਰੀ ਨਜ਼ਰ ਦੇ ਸਦਕਾ ਅਸੀਂ ਰੋਜ਼ ਗੁਰੂ ਦੀਆਂ ਗੱਲਾਂ, ਕਥਾ ਕਹਾਣੀਆਂ ਕਰਨ ਲਈ, ਸੁਣਨ ਲਈ ਇਕੱਤਰ ਹੁੰਦੇ ਹਾਂ। ਜਪ ਬਾਣੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਸੀ, 38 ਪੌੜੀਆਂ ਤੱਕ ਵਿਚਾਰ ਅਸੀਂ ਕੱਲ ਕਰ ਚੁੱਕੇ ਹਾਂ। ਅੱਜ ਵੀਰ ਪ੍ਰਭੂ ਕੀਰਤਨ ਸਿੰਘ ਜੀ ਆਪ ਜੀ ਦੇ ਨਾਲ ਜੋ ਜਪ ਬਾਣੀ ਦਾ ਦੂਸਰਾ ਸਲੋਕ ਹੈ, ਉਹ 38ਵੀਂ ਪੌੜੀ ਜਾਂ ਹੋਰ ਵਿਚਾਰਾਂ ਹਨ, ਉਹ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਹਾਂ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕੀਤੀ ਜਾਵੇ। ਵੀਰ ਪ੍ਰਭੂ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਹੁਣ ਤੱਕ ਜਪਜੀ ਸਾਹਿਬ ਦੀਆਂ 38 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ ਤੇ ਹੁਣ ਅੱਜ ਆਖਰੀ ਦਿਨ ਆਪਾਂ ਜੋ ਆਖਰੀ ਸ਼ਲੋਕ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਉਹਦੀ ਆਪਾਂ ਅੱਜ ਵਿਚਾਰ ਕਰਨੀ ਹੈ ਜੀ। ਤੇ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਆਪਾਂ ਇੱਕ ਵਾਰ ਪਾਠ ਕਰ ਲਈਏ ਜੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਵਨ ਦਾ ਅਰਥ ਹੁੰਦਾ ਹੈ ਹਵਾ, ਪਰ ਇੱਥੇ ਜਿਨ੍ਹਾਂ ਅਰਥਾਂ ਦੇ ਵਿੱਚ ਇਹਨੂੰ ਵਰਤਿਆ ਗਿਆ ਹੈ, ਉਹ ਹੈ ਸਾਡੇ ਸਵਾਸ ਤੇ ਸਾਡੇ ਪ੍ਰਾਣ। ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਸ ਦਾ ਅਰਥ ਬਣਿਆ ਕਿ ਪ੍ਰਾਣ ਸਰੀਰਾਂ ਲਈ ਇਵੇਂ ਹਨ ਜਿਵੇਂ ਆਤਮਾ ਲਈ ਗੁਰੂ। ਪਵਨ ਗੁਰੂ ਦਾ ਅਰਥ ਹੈ ਕਿ ਜੋ ਸਾਡੇ ਸਰੀਰ ਦੇ ਵਿੱਚ ਹਵਾ ਚੱਲ ਰਹੀ ਹੈ, ਜਿਹਨੂੰ ਆਮ ਤੌਰ ਦੇ ਉੱਤੇ ਪ੍ਰਾਣ ਕਿਹਾ ਜਾਂਦਾ ਹੈ, ਉਹ ਸਾਡੇ ਲਈ ਗੁਰੂ ਦਾ ਦਰਜਾ ਰੱਖਦੇ ਹਨ। ਜਿਵੇਂ ਆਤਮਿਕ ਤੌਰ ਦੇ ਉੱਤੇ ਗੁਰੂ ਸਾਡੀ ਆਤਮਿਕ ਤਰੱਕੀ ਵਾਸਤੇ ਜ਼ਰੂਰੀ ਹੈ, ਗੁਰੂ ਦੀ ਸ਼ਰਨ ਪਏ ਬਿਨਾ ਅਸੀਂ ਆਤਮਿਕ ਤਰੱਕੀ ਨਹੀਂ ਕਰ ਸਕਦੇ, ਉਵੇਂ ਹੀ ਇਸ ਜੀਵਨ ਦੇ ਵਿੱਚ ਸਵਾਸ ਚੱਲਣ ਤੋਂ ਬਿਨਾ
ਅਸੀਂ ਆਪਣਾ ਸਰੀਰਕ ਜੀਵਨ ਹੈ ਉਹ ਜੀ ਨਹੀਂ ਸਕਦੇ। ਪਾਣੀ ਪਿਤਾ, ਪਾਣੀ ਪਿਤਾ ਦਾ ਅਰਥ ਹੈ ਕਿ ਜੋ ਪਾਣੀ ਹੈ ਉਹ ਸਭ ਜੀਵਾਂ ਦਾ ਪਿਤਾ ਹੈ, ਕਿਉਂਕਿ ਪਾਣੀ ਤੋਂ ਬਿਨਾਂ ਜੀਵਨ ਹੋਂਦ ਵਿੱਚ ਨਹੀਂ ਆਉਂਦਾ। ਅਤੇ ਇਹ ਜੋ ਧਰਤੀ ਹੈ, ਇਹ ਇਸ ਨੂੰ ਸਤਿਗੁਰਾਂ ਨੇ ਮਾਤਾ ਦਾ, ਮਾਤਾ ਮਹਤ, ਮਹਤ ਦਾ ਅਰਥ ਹੈ ਵੱਡੀ ਮਾਤਾ। ਮਾਤਾ ਮਹਤ ਦਾ ਭਾਵ ਹੈ ਕਿ ਧਰਤੀ ਸਭ ਜੀਵਾਂ ਦੀ ਵੱਡੀ ਮਾਂ, ਕਿਉਂਕਿ ਸਾਰੇ ਜੀਵਾਂ ਦਾ ਜੋ ਸਸਟੇਨੈਂਸ ਹੈ ਉਹ ਉਹਨਾਂ ਨੂੰ ਜੀਣ ਦੀਆਂ ਜੋ ਸਾਰੀਆਂ ਸੁਵਿਧਾਵਾਂ ਮਿਲਦੀਆਂ ਹਨ, ਖਾਣ ਪੀਣ ਮਿਲਦਾ ਹੈ, ਉਹ ਸਭ ਕੁਝ ਧਰਤੀ ਤੋਂ ਮਿਲਦਾ ਹੈ। ਤੋ ਇਸ ਤਰ੍ਹਾਂ ਸਤਿਗੁਰੂ ਕਹਿ ਰਹੇ ਹਨ ਕਿ ਜੋ ਹਵਾ ਹੈ, ਸਾਡੇ ਸਵਾਸ ਹਨ, ਸਾਡੇ ਪ੍ਰਾਣ ਹਨ, ਉਹ ਸਾਡੇ ਜੀਵਨ ਦਾ ਆਧਾਰ ਹਨ। ਪਾਣੀ ਦਾ ਦਰਜਾ ਇੱਕ ਪਿਤਾ ਦਾ ਹੈ ਤੇ ਧਰਤੀ ਦਾ ਦਰਜਾ ਸਾਰੇ ਜੀਵਾਂ ਦੀ ਵੱਡੀ ਮਾਂ ਦਾ ਹੈ। ਤੋ ਕਹਿਣ ਤੋਂ ਭਾਵ ਇਹ ਹੈ ਕਿ ਜਿਵੇਂ ਸਤਿਗੁਰਾਂ ਨੇ ਪਹਿਲੇ ਇੱਕ ਪੌੜੀ ਦੇ ਵਿੱਚ ਸਾਡੇ ਨਾਲ ਸਾਨੂੰ ਸਮਝਾਇਆ ਸੀ ਕਿ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਉਦੋਂ ਸਤਿਗੁਰਾਂ ਨੇ ਸਾਨੂੰ ਇਹ ਸਮਝਾਇਆ ਸੀ ਕਿ ਧਰਤੀ ਜਿਹੜੀ ਹੈ ਇਹ ਇੱਕ ਧਰਮਸ਼ਾਲ ਹੈ, ਤੇ ਬਾਕੀ ਸਾਰੀਆਂ ਚੀਜ਼ਾਂ, ਜਿਹੜਾ ਉਹਨਾਂ ਨੇ ਸਤਿਗੁਰੂ ਜੀ ਨੇ ਕਿਹਾ ਸੀ ਕਿ ਇਹ ਸਾਰੀਆਂ ਚੀਜ਼ਾਂ ਦੇ ਵਿਚਕਾਰ ਧਰਤੀ ਨੂੰ ਥਾਪ ਕੇ ਰੱਖ ਦਿੱਤਾ ਹੈ ਤਾਂ ਕਿ ਇਹ ਸਾਡੀ ਧਰਮਸ਼ਾਲ ਬਣ ਜਾਏ, ਧਰਮਸ਼ਾਲ ਰਹੇ। ਤੋ ਸਤਿਗੁਰੂ ਕਹਿ ਰਹੇ ਹਨ, ਹੁਣ ਇੱਥੇ ਇੱਕ ਦੂਸਰੇ ਨਜ਼ਰੀਏ ਦੇ ਨਾਲ ਸਾਨੂੰ ਸਮਝਾ ਰਹੇ ਹਨ, ਜਿਹੜੀ ਸਾਡੀ ਰਿਲੇਸ਼ਨਸ਼ਿਪ ਹੈ ਪਵਨ ਦੇ ਨਾਲ, ਪਾਣੀ ਦੇ ਨਾਲ ਤੇ ਧਰਤੀ ਦੇ ਨਾਲ। ਸਤਿਗੁਰੂ ਉਹ ਸਾਨੂੰ ਸਮਝਾ ਰਹੇ ਹਨ ਕਿ ਇਹ ਸਾਰੀਆਂ ਹੁਣ ਇੱਕ ਕੋਈ ਵੀ ਜੀਵਤ ਵਿਅਕਤੀ, ਕੋਈ ਵੀ ਜੀਵ ਜੋ ਧਰਤੀ ਦੇ ਉੱਤੇ ਹੈ, ਉਹਦੇ ਵਾਸਤੇ ਇਹ ਤਿੰਨ ਚੀਜ਼ਾਂ ਸਭ ਤੋਂ ਸੁਪਰੀਮ ਹਨ। ਪਵਨ, ਪਾਣੀ ਤੇ ਧਰਤੀ, ਇਸ ਤੋਂ ਬਿਨਾਂ ਕੋਈ ਵੀ ਜੀਵ ਜੋ ਹੈ ਉਹ ਜ਼ਿੰਦਾ ਨਹੀਂ ਰਹਿ ਸਕਦਾ। ਅਤੇ ਸਾਡੇ ਲਈ ਵੀ ਇਹ ਤਿੰਨੋਂ ਸਾਡੇ ਜੀਵਨ ਦਾ ਆਧਾਰ ਹਨ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਦਿਵਸ ਰਾਤ ਭਾਵ ਦਿਨ ਤੇ ਰਾਤ, ਦੋਵੇਂ ਦਾਈ ਦਾਇਆ। ਦਾਈ ਦਾਇਆ ਦਾ ਅਰਥ ਹੈ ਇਹ ਸਾਨੂੰ ਖਿਡਾਉਣ ਵਾਲੀ ਦਾਈ, ਤੇ ਦਾਇਆ ਭਾਵ ਖਿਡਾਵਾ ਤੇ ਖਿਡਾਵੀ। ਦਿਨ ਸਾਡਾ ਖਿਡਾਵਾ ਹੈ ਤੇ ਰਾਤ ਸਾਡੀ ਖਿਡਾਵੀ ਹੈ। ਤੇ ਖੇਲੈ ਸਗਲ ਜਗਤ, ਸਗਲ ਭਾਵ ਸਾਰਾ ਜਗਤ। ਇਹਨਾਂ ਦੋਹਾਂ ਦੇ ਨਾਲ ਰਲ ਕੇ ਪਵਨ, ਪਾਣੀ ਤੇ ਧਰਤੀ ਦੇ ਉੱਤੇ ਤੇ ਦਿਨ ਤੇ ਰਾਤ ਦੇ ਵਿੱਚ ਖੇਡ ਰਿਹਾ ਹੈ। ਤੋ ਇਹ ਸਾਰਾ ਸੰਸਾਰ ਨੂੰ ਖਿਡਾ ਰਹੇ ਹਨ ਇਹ ਸਾਰੇ ਰਲ ਕੇ। ਸਾਰੇ ਜੀਵ ਦਿਨ ਦੇ ਵਿੱਚ ਕੰਮ ਕਰਦੇ ਹਨ, ਜੋ ਆਪਣਾ ਭੋਜਨ ਲੱਭਦੇ ਹਨ, ਭੋਜਨ ਦਾ ਇੰਤਜ਼ਾਮ ਕਰਦੇ ਹਨ, ਕਾਰ ਵਿਹਾਰ ਕਰਦੇ ਹਨ, ਤੇ ਰਾਤ ਨੂੰ ਸੌਂ ਜਾਂਦੇ ਹਨ। ਇਹ ਇੱਕ ਐਸਾ ਰੂਟੀਨ ਬਣਿਆ ਹੋਇਆ ਹੈ, ਇਹ ਇੱਕ ਐਸੀ ਖੇਡ ਬਣੀ ਹੋਈ ਹੈ ਜਿਹਦੇ ਵਿੱਚ ਸਤਿਗੁਰੂ ਕਹਿੰਦੇ ਹਨ ਕਿ ਸਾਰਾ ਸੰਸਾਰ ਹੀ ਪਰਚਿਆ ਪਿਆ, ਸਾਰੇ ਇਸ ਦੇ ਵਿੱਚ ਮਗਨ। ਹੁਣ ਇਹ ਚਾਹੇ ਪਸ਼ੂ ਪੰਛੀਆਂ ਦੀ ਗੱਲ ਕਰੀਏ, ਚਾਹੇ ਬਨਸਪਤੀ ਦੀ ਗੱਲ ਕਰੀਏ, ਤੇ ਚਾਹੇ ਮਨੁੱਖ ਦੀ ਗੱਲ ਕਰੀਏ, ਸਾਰਿਆਂ ਦਾ ਜੀਵਨ ਆਧਾਰ ਇਹ ਤਿੰਨੋਂ ਚੀਜ਼ਾਂ ਹਨ। ਔਰ ਦਿਨ ਰਾਤ ਦੇ ਮੁਤਾਬਕ ਸਾਰਿਆਂ ਦੀਆਂ ਐਕਟੀਵਿਟੀਜ਼ ਬਦਲਦੀਆਂ ਹਨ। ਕੋਈ ਦਿਨ ਨੂੰ ਜਾਗਦਾ ਹੈ, ਕੋਈ ਰਾਤ ਨੂੰ ਜਾਗਦਾ ਹੈ, ਕੋਈ ਦਿਨੇ ਸੌਂਦਾ ਹੈ, ਕੋਈ ਰਾਤ ਨੂੰ ਸੌਂਦਾ ਹੈ। ਗੱਲ ਕੀ, ਸਾਰਾ ਜਗਤ ਮਗਨ ਹੈ ਇਸ ਖੇਡ ਦੇ ਵਿੱਚ। ਔਰ ਇਹ ਖੇਡ ਇਸ ਤਰ੍ਹਾਂ ਦੀ ਖੇਡ ਹੈ ਜਿਹਦੇ ਵਿੱਚ ਸਾਰਾ ਜਗਤ ਬਿਲਕੁਲ ਮਗਨ ਹੈ, ਪਰਚਿਆ ਹੋਇਆ ਹੈ। ਉਹਨੂੰ ਹੋਰ ਕਿਸੇ ਗੱਲ ਦੀ ਸੋਝੀ ਨਹੀਂ, ਬਸ ਇਸੇ ਦੌੜ ਦੇ ਵਿੱਚ ਹੀ ਉਹ ਲੱਗੇ ਹੋਏ ਹਨ। ਪਰ ਸਤਿਗੁਰੂ ਅੱਗੇ ਕਹਿੰਦੇ ਹਨ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਵਾਚੈ ਦਾ ਭਾਵ ਹੈ ਪੜ੍ਹਦਾ ਹੈ, ਪੜ੍ਹਦਾ ਦਾ ਭਾਵ ਹੈ ਕਿ ਪਰਖ ਰਿਹਾ ਹੈ, ਤੇ ਹਦੂਰ ਦਾ ਅਰਥ ਹੈ ਹਜ਼ੂਰੀ ਵਿੱਚ, ਅਕਾਲ ਪੁਰਖ ਜੀ ਦੀ ਹਜ਼ੂਰੀ ਦੇ ਵਿੱਚ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਧਰਮ ਭਾਵ ਧਰਮ ਰਾਜ ਜੋ ਹੈ ਉਹ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਬੈਠ ਕੇ, ਭਾਵ ਅਕਾਲ ਪੁਰਖ ਦੇ ਜੋ ਨਿਯਮ ਹਨ, ਜੋ ਉਹਦੀ ਡਾਇਰੈਕਸ਼ਨ ਹੈ, ਉਹਦੇ ਅਧੀਨ ਉਹ ਕੀ ਕਰ ਰਿਹਾ ਹੈ, ਸਾਰੇ ਜੀਵਾਂ ਦੀਆਂ ਚੰਗਿਆਈਆਂ ਤੇ ਬੁਰਾਈਆਂ ਨੂੰ ਪਰਖ ਰਿਹਾ ਹੈ। ਚੰਗਿਆਈਆਂ ਬੁਰਾਈਆਂ ਤੋਂ ਭਾਵ ਇਹ ਹੈ ਕਿ ਜੋ ਵੀ ਕਰਮ ਇਹ ਜੀਵ ਕਰ ਰਹੇ ਹਨ ਉਹਨਾਂ ਦੇ ਉੱਤੇ ਉਹਨਾਂ ਨੂੰ ਪਰਖ ਰਿਹਾ ਹੈ
ਕਿ ਭਾਈ ਇਹ ਇਸ ਜਗਤ ਦੇ ਵਿੱਚ ਆ ਕੇ ਕੀ ਕਰ ਰਹੇ ਹਨ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਕਰਮੀ ਦਾ ਭਾਵ ਹੈ ਕਰਮਾਂ ਅਨੁਸਾਰ। ਤੋ ਹਰ ਜੀਵ ਦੇ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਕੀ ਹੋ ਰਿਹਾ ਹੈ ਕਿ ਕੇ ਨੇੜੈ, ਕੇ ਭਾਵ ਕਈ ਜੀਵ ਨੇੜੇ ਅਕਾਲ ਪੁਰਖ ਦੇ ਨਜ਼ਦੀਕ ਹੋ ਰਹੇ ਹਨ ਤੇ ਕਈ ਉਸ ਤੋਂ ਦੂਰ ਹੋ ਰਹੇ ਹਨ। ਕਿਉਂ ਨੇੜੇ ਕਿਉਂ ਹੋ ਰਹੇ ਹਨ ਤੇ ਦੂਰ ਕਿਉਂ ਹੋ ਰਹੇ ਹਨ? ਕਿਉਂਕਿ ਸਾਰਿਆਂ ਦੇ ਕਰਮ ਆਪੋ ਆਪਣੇ ਹਨ। ਤੋ ਇੱਕ ਪਾਸੇ ਧਰਮ ਰਾਜ ਜੋ ਹੈ, ਭਾਵ ਉਸ ਅਕਾਲ ਪੁਰਖ ਦਾ ਸਾਜਿਆ ਹੋਇਆ ਧਰਮ ਦਾ ਜੋ ਕਾਨੂੰਨ ਹੈ, ਨਿਯਮ ਹੈ, ਉਹ ਇਹ ਪਰਖ ਕਰ ਰਿਹਾ ਹੈ ਕਿ ਕਿਹੜਾ ਜੀਵ ਕਿਸ ਤਰ੍ਹਾਂ ਦੇ ਕਰਮ ਕਰ ਰਿਹਾ ਤੇ ਉਹਨਾਂ ਕਰਮਾਂ ਦਾ ਫਲ ਵੀ ਜਿਹੜਾ ਹੈ ਉਹ ਨਾਲੋਂ ਨਾਲ ਮਿਲ ਰਿਹਾ ਹੈ ਕਿ ਆਪਣੇ ਕਰਮਾਂ ਦੇ ਅਨੁਸਾਰ ਕੋਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦਾ ਹੈ, ਕੋਈ ਉਸ ਤੋਂ ਦੂਰ ਹੋ ਜਾਂਦਾ। ਭਾਵ ਜਿਹੜਾ ਜੀਵ ਨੇਕੀ ਕਰ ਰਿਹਾ ਹੈ, ਚੰਗਿਆਈਆਂ ਕਰ ਰਿਹਾ ਹੈ, ਉਹ ਅਕਾਲ ਪੁਰਖ ਨੂੰ ਚੰਗਾ ਲੱਗਦਾ ਹੈ, ਉਹਦੇ ਨਜ਼ਦੀਕ ਹੋ ਜਾਂਦਾ ਹੈ। ਤੇ ਜਿਹੜਾ ਜੀਵ ਆਪਣਾ ਫਰਜ਼ ਪਛਾਣ ਕੇ ਬਦੀ ਕਰ ਰਿਹਾ ਹੈ, ਬੁਰਾਈਆਂ ਕਰ ਰਿਹਾ ਹੈ, ਉਹ ਅਕਾਲ ਪੁਰਖ ਤੋਂ ਦੂਰ ਹੋ ਜਾਂਦਾ ਹੈ। ਇਹੀ ਧਰਮ ਰਾਜ ਹੈ, ਇਹੀ ਅਕਾਲ ਪੁਰਖ ਦਾ ਨਿਯਮ ਹੈ ਤੇ ਇਹੀ ਉਹਦੀ ਹਜ਼ੂਰੀ ਦੇ ਵਿੱਚ ਹੋ ਰਿਹਾ ਹੈ, ਭਾਵ ਉਹਦੀ ਸੁਪਰਵਿਜ਼ਨ ਦੇ ਵਿੱਚ ਹੋ ਰਿਹਾ ਹੈ। ਜਿਵੇਂ ਕਿ ਅਸੀਂ ਸਤਿਗੁਰੂ ਜੀ ਨੇ ਸਾਨੂੰ ਪਹਿਲਾਂ ਵੀ ਸਾਨੂੰ ਸਮਝਾਇਆ ਹੈ ਕਿ ਸੱਚਾ ਆਪ ਸੱਚਾ ਦਰਬਾਰ। ਉੱਥੇ ਕੀਤੇ ਕਰਮਾਂ ਦੇ ਅਨੁਸਾਰ ਹੀ ਸਾਨੂੰ ਫਲ ਮਿਲਣਾ ਤੇ ਫਲ ਇਹੀ ਹੈ, ਜਦੋਂ ਅਸੀਂ ਚੰਗਿਆਈਆਂ ਕਰਦੇ ਹਾਂ ਤਾਂ ਅਸੀਂ ਹੋਰ ਚੰਗੇ ਬਣਦੇ ਜਾਂਦੇ ਹਾਂ, ਉਸ ਅਕਾਲ ਪੁਰਖ ਨੂੰ ਭਾਉਣ ਲੱਗ ਜਾਂਦੇ ਹਾਂ, ਉਹ ਅਕਾਲ ਪੁਰਖ ਸਾਨੂੰ ਆਪਣੇ ਨੇੜੇ ਕਰ ਲੈਂਦਾ ਹੈ। ਤੇ ਜਦੋਂ ਅਸੀਂ ਮਾੜੇ ਕਰਮ ਕਰਦੇ ਹਾਂ ਤਾਂ ਉਹਨੂੰ ਅਸੀਂ ਚੰਗੇ ਨਹੀਂ ਲੱਗਦੇ ਤੇ ਫਿਰ ਅਸੀਂ ਉਸ ਤੋਂ ਦੂਰ ਹੁੰਦੇ ਹਾਂ, ਜੋ ਕਿ ਇੱਕ ਕੁਦਰਤੀ ਗੱਲ ਹੈ। ਸਾਨੂੰ ਵੀ ਜੋ ਚੰਗਾ ਲੱਗਦਾ ਹੈ ਉਹਨੂੰ ਅਸੀਂ ਕੁਦਰਤੀ ਤੌਰ ਦੇ ਉੱਤੇ ਆਪਣੇ ਨੇੜੇ ਰੱਖਦੇ ਹਾਂ, ਆਪਣੇ ਕੋਲ ਰੱਖਦੇ ਹਾਂ, ਉਹਦੇ ਨਾਲ ਬਹੁਤ ਗੱਲਾਂ ਕਰਦੇ ਹਾਂ, ਪਿਆਰ ਕਰਦੇ ਹਾਂ, ਉਹਦੀਆਂ ਲੋੜਾਂ ਦਾ ਧਿਆਨ ਰੱਖਦੇ ਹਾਂ। ਤੋ ਇਸੇ ਤਰ੍ਹਾਂ ਹੀ ਜਦੋਂ ਜੀਵ ਉਹ ਕੰਮ ਕਰਦਾ ਹੈ ਜਿਹੜੇ ਅਕਾਲ ਪੁਰਖ ਨੂੰ ਚੰਗੇ ਲੱਗਦੇ ਹਨ ਤਾਂ ਉਹ ਉਹਨਾਂ ਦੇ ਨੇੜੇ ਹੋ ਜਾਂਦਾ ਹੈ ਤੇ ਜਿਹੜੇ ਚੰਗੇ ਕੰਮ ਨਹੀਂ ਕਰਦੇ, ਬੁਰਾਈਆਂ ਕਰਦੇ ਹਨ, ਬਦੀ ਕਰਦੇ ਹਨ, ਉਹ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਤ। ਜਿਨੀ ਭਾਵ ਜਿਨ੍ਹਾਂ ਮਨੁੱਖਾਂ ਨੇ ਨਾਮ ਨੂੰ ਧਿਆਇਆ ਹੈ, ਭਾਵ ਸਿਮਰਿਆ ਹੈ, ਉਹ ਇਸ ਜਗਤ ਦੇ ਵਿੱਚ ਮੁਸ਼ੱਕਤ ਭਾਵ ਮਿਹਨਤ ਘਾਲ ਕਮਾਈ ਕਰਕੇ ਇਸ ਜੀਵਨ ਨੂੰ ਸਫਲਾ ਕਰ ਜਾਂਦੇ ਹਨ, ਸਫਲਾ ਕਰਦੇ ਹਨ। ਭਾਵ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਯਾਦ ਕੀਤਾ ਹੈ, ਅਕਾਲ ਪੁਰਖ ਦੇ ਗੁਣਾਂ ਨੂੰ ਯਾਦ ਕੀਤਾ ਹੈ, ਉਹਦੀ ਸਿਫਤ ਸਲਾਹ ਕੀਤੀ ਹੈ, ਉਹਦੀਆਂ ਵਡਿਆਈਆਂ ਕੀਤੀਆਂ ਹਨ, ਉਹਨਾਂ ਦੀ ਜੋ ਮਿਹਨਤ ਹੈ ਇਸ ਜੀਵਨ ਦੀ, ਉਹ ਸਫਲ ਹੋ ਗਈ। ਤੇ ਫਿਰ ਜਿਹਦੀ ਮਿਹਨਤ ਸਫਲ ਹੋ ਜਾਏ ਉਹਦੇ ਨਾਲ ਕਿਵੇਂ ਦਾ ਸਲੂਕ ਹੁੰਦਾ ਹੈ? ਨਾਨਕ ਤੇ ਮੁਖ ਉਜਲੇ। ਤੇ ਭਾਵ ਹੈ ਉਹ ਮਨੁੱਖ ਕਿਹੜੇ? ਜਿਨ੍ਹਾਂ ਨੇ ਨਾਮ ਧਿਆਇਆ ਹੈ, ਜਿਨ੍ਹਾਂ ਨੇ ਮਿਹਨਤ ਘਾਲ ਕਮਾਈ ਕਰਕੇ ਆਪਣਾ ਜੀਵਨ ਸਫਲ ਕੀਤਾ ਹੈ। ਅਜਿਹੇ ਮਨੁੱਖਾਂ ਦਾ ਮੁਖ ਉਜਲੇ, ਭਾਵ ਉਹ ਉਜਲ ਮੁਖ ਵਾਲੇ ਹੋ, ਭਾਵ ਉਹਨਾਂ ਦੇ ਚਿਹਰੇ ਉੱਤੇ ਇੱਕ ਉਜਲਾਪਨ ਆ ਜਾਂਦਾ ਹੈ, ਨੂਰ ਆ ਜਾਂਦਾ ਹੈ। ਅਕਾਲ ਪੁਰਖ ਦੇ ਨੇੜੇ ਹੋਣ ਦਾ, ਨਾਮ ਸਿਮਰਨ ਦੀ ਬਰਕਤ ਦੇ ਨਾਲ, ਚੰਗਿਆਈਆਂ ਕਰਨ ਦੀ ਬਰਕਤ ਦੇ ਨਾਲ ਉਹਨਾਂ ਦਾ ਜੋ ਮੁਖ ਹੈ ਉਹ ਉਜਲਾ ਹੋ ਜਾਂਦਾ ਹੈ। ਤੇ ਕੇਤੀ ਛੁੱਟੀ ਨਾਲ, ਕੇਤੀ ਦਾ ਭਾਵ ਕਈ ਜੀਵ, ਭਾਵ ਉਹਨਾਂ ਦਾ ਤੇ ਮੁਖ ਉਜਲਾ ਹੋਇਆ, ਪਰ ਨਾਲ ਕੀ ਹੋਇਆ ਕਿ ਕਈ ਕੇਤੀ ਛੁੱਟੀ ਨਾਲ, ਛੁੱਟੀ ਦਾ ਭਾਵ ਹੈ ਕਿ ਛੁੱਟ ਗਏ। ਕਈ ਜੀਵ ਉਹਨਾਂ ਦੇ ਨਾਲ ਹੀ, ਉਹਨਾਂ ਦੀ ਸੰਗਤ ਦੇ ਵਿੱਚ ਰਲ ਕੇ, ਨਾਲ ਦਾ ਭਾਵ ਹੈ ਕਿ ਉਹਨਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਰਹਿ ਕੇ ਕਈ ਜੀਵ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਏ, ਮਾਇਆ ਦੇ ਬੰਧਨਾਂ ਤੋਂ ਰਹਿਤ ਹੋ ਗਏ, ਉਹਨਾਂ ਦਾ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਹੋ ਗਿਆ। ਤੋ ਹੁਣ ਜਿਨ੍ਹਾਂ ਨੇ ਨਾਮ ਸਿਮਰਨ ਕੀਤਾ ਹੈ, ਨਾਮ ਧਿਆਇਆ ਹੈ, ਪ੍ਰਭੂ ਨੂੰ ਯਾਦ ਕੀਤਾ ਹੈ, ਔਰ ਇਹ ਉਹਨਾਂ ਨੇ ਮਿਹਨਤ ਕੀਤੀ ਹੈ, ਘਾਲ ਕਮਾਈ ਕੀਤੀ ਹੈ, ਉਹ ਆਪਣਾ ਜੀਵਨ ਸਫਲ ਕਰ ਗਏ ਤੇ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ, ਉਹਦੀ ਦਰਗਾਹ ਦੇ ਵਿੱਚ ਉਹਨਾਂ ਦੇ
ਮੁਖ ਉਜਲੇ ਹਨ, ਨੂਰ ਵਾਲੇ ਹਨ, ਚੜ੍ਹਦੀ ਕਲਾ ਵਾਲੇ ਹਨ। ਤੇ ਸਿਰਫ ਉਹ ਆਪ ਹੀ ਨਹੀਂ ਉੱਥੇ ਉਜਲੇ ਹੋਏ, ਉਹਨਾਂ ਦੇ ਨਾਲ ਹੀ ਅਨੇਕਾਂ ਜੀਵ ਮਾਇਆ ਦੇ ਬੰਧਨਾਂ ਤੋਂ ਛੁੱਟ ਗਏ, ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਪ੍ਰੇਰਣਾ ਦੇ ਮੁਤਾਬਕ ਪ੍ਰੇਰਿਤ ਹੋਏ, ਅਕਾਲ ਪੁਰਖ ਦੇ ਨਾਲ ਜੁੜੇ, ਉਹਨਾਂ ਦੀ ਸੰਗਤ ਦਾ ਰੰਗ ਉਹਨਾਂ ਦੇ ਉੱਤੇ ਚੜ੍ਹਿਆ, ਉਹ ਜੀਵ ਵੀ ਸਾਰੇ ਅਨੇਕਾਂ ਉਹ ਮਾਇਆ ਦੇ ਬੰਧਨਾਂ ਤੋਂ ਛੁੱਟ ਗਏ ਤੇ ਉਹਨਾਂ ਦਾ ਜੀਵਨ ਵੀ ਸਫਲ ਹੋ ਗਿਆ। ਤੋ ਇਹ ਜੋ ਸ਼ਲੋਕ ਹੈ ਗੁਰੂ ਪਿਆਰਿਓ, ਇਹ ਜਪ ਬਾਣੀ ਦਾ ਆਖਰੀ ਸ਼ਲੋਕ ਹੈ। ਦੋ ਸ਼ਲੋਕ ਜਪਜੀ ਸਾਹਿਬ ਦੇ ਵਿੱਚ, ਇੱਕ ਤਾਂ ਪਹਿਲਾ ਸ਼ਲੋਕ ਗੁਰੂ ਜੀ ਨੇ ਮੰਗਲਾਚਰਨ ਵਜੋਂ ਅਕਾਲ ਪੁਰਖ ਦੀ ਉਹਨੂੰ ਯਾਦ ਕਰਨ ਵਾਸਤੇ, ਉਹਦੇ ਗੁਣ ਦੱਸਣ ਵਾਸਤੇ ਮੂਲ ਮੰਤਰ ਵਜੋਂ ਸਭ ਤੋਂ ਪਹਿਲਾਂ ਦੱਸਿਆ, ਤੇ ਨਾਲ ਇੱਕ ਸ਼ਲੋਕ ਜੋ ਹੈ ਆਦ ਸੱਚ ਜੁਗਾਦ ਸੱਚ ਦਾ, ਉਹ ਇਸ ਬਾਣੀ ਦੀ ਆਰੰਭਤਾ ਇਸ ਸ਼ਲੋਕ ਨਾਲ ਸਤਿਗੁਰੂ ਨੇ ਕੀਤੀ। ਕਿਉਂਕਿ ਮੂਲ ਮੰਤਰ ਤੋਂ ਬਾਅਦ ਜੋ ਬਾਣੀ ਦਾ ਸਿਰਲੇਖ ਹੈ ਜਪ, ਜਪ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਸ਼ਲੋਕ ਆਉਂਦਾ ਹੈ ਆਦ ਸੱਚ ਜੁਗਾਦ ਸੱਚ। ਤੋ ਉਹ ਸ਼ਲੋਕ ਜੋ ਹੈ ਉਹ ਇਸ ਬਾਣੀ ਦੀ ਆਰੰਭਤਾ ਸੀ। ਪਰ ਇਹਨੂੰ ਹੀ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਇਹ ਸ਼ਲੋਕ ਵੀ ਜੋ ਸਭ ਤੋਂ ਪਹਿਲਾਂ ਦਿੱਤਾ ਗਿਆ ਹੈ, ਇਹ ਸ਼ਲੋਕ ਵੀ ਮੰਗਲਾਚਰਨ ਵਜੋਂ ਦਿੱਤਾ ਗਿਆ। ਮੰਗਲਾਚਰਨ ਦਾ ਜੋ ਸਿਸਟਮ ਹੈ ਸਾਡੇ ਦੇਸ਼ ਵਿੱਚ ਤੇ ਹੋਰ ਸਭਿਅਤਾਵਾਂ ਦੇ ਵਿੱਚ ਵੀ ਇਹ ਚੱਲਦਾ ਹੈ ਕਿ ਜਦੋਂ ਵੀ ਕੋਈ ਕੰਮ ਸ਼ੁਰੂ ਕਰਨਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਯਾਦ ਕੀਤਾ ਜਾਂਦਾ ਹੈ, ਉਹਦੀ ਓਟ ਲਈ ਜਾਂਦੀ ਹੈ। ਹੁਣ ਉਹਦੀ ਓਟ ਤਾਂ ਸਤਿਗੁਰਾਂ ਨੇ ਇੱਥੇ ਲਈ ਹੀ ਹੈ, ਪਰ ਨਾਲ ਹੀ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਮੂਲ ਮੰਤਰ ਅਤੇ ਪਹਿਲਾ ਸ਼ਲੋਕ ਜੋ ਹੈ ਉਹ ਸਿਰਫ ਮੰਗਲਾਚਰਨ ਨਹੀਂ, ਉਹ ਜਪਜੀ ਸਾਹਿਬ ਦੇ ਵਿਸ਼ੇ ਨਾਲ ਵੀ ਉਹਨਾਂ ਦਾ ਸਿੱਧਾ ਜੋ ਹੈ ਅਨਿੱਖੜਵਾਂ ਅੰਗ ਨੇ ਉਸ। ਕਿਉਂਕਿ ਇਹ ਜੋ ਅਕਾਲ ਪੁਰਖ ਦੇ ਨਾਲ ਮਿਲਾਪ ਦੀ ਕਿ ਸਚਿਆਰਾ ਹੋਈ ਹੈ, ਭਾਵ ਸੱਚ ਨੂੰ ਅਸੀਂ ਕਿਸ ਤਰ੍ਹਾਂ ਆਪਣੇ ਹਿਰਦੇ 'ਚ ਵਸਾਈਏ, ਆਪਣੇ ਹਿਰਦੇ ਨੂੰ ਕਿਸ ਤਰ੍ਹਾਂ ਸੱਚ ਦਾ ਘਰ ਬਣਾ ਲਈਏ, ਕਿਹੜਾ ਸੱਚ ਜੋ ਅਕਾਲ ਪੁਰਖ ਹੈ, ਤਾਂ ਉਹ ਸੱਚ ਦਾ ਪਹਿਲਾਂ ਵਰਣਨ ਕਰਨਾ ਜ਼ਰੂਰੀ ਹੈ, ਤਾਂ ਹੀ ਜਪਜੀ ਸਾਹਿਬ ਦਾ ਵਿਸ਼ਾ ਜੋ ਹੈ ਉਹ ਅੱਗੇ ਚੱਲਦਾ ਹੈ। ਤੋ ਜਪ ਬਾਣੀ ਦੀ ਵਿਚਾਰ ਦੀ ਆਰੰਭਤਾ ਹੀ ਪ੍ਰਭੂ ਦੇ ਸਰੂਪ ਦੀ ਵਿਚਾਰ ਤੋਂ ਆਰੰਭ ਹੁੰਦੀ ਹੈ। ਤੋ ਇਹ ਜ਼ਰੂਰੀ ਸੀ ਕਿਉਂਕਿ ਪ੍ਰਭੂ ਦੇ ਜਾਪ ਦਾ, ਕਿਉਂਕਿ ਬਾਣੀ ਦਾ ਸਿਰਲੇਖ ਜਪ ਹੈ, ਭਾਵ ਪ੍ਰਭੂ ਦਾ ਸਿਮਰਨ, ਇਹੀ ਵਿਸ਼ਾ ਸਤਿਗੁਰੂ ਜੀ ਨੇ ਸਾਨੂੰ ਸਮਝਾਉਣਾ ਸੀ। ਤੋ ਗੁਰਮਤਿ ਦੇ ਵਿੱਚ ਜੀਵਨ ਮਨੋਰਥ ਦੀ ਜੋ ਸਾਡੀ ਟੀਚਾ ਹੈ, ਉਹਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਢੰਗ ਪ੍ਰਵਾਨ ਕੀਤਾ ਗਿਆ ਹੈ, ਔਰ ਉਹ ਹੈ ਨਾਮ ਸਿਮਰਨ ਨਾਲ ਪ੍ਰਭੂ ਨਾਲ ਜੁੜਨਾ, ਪ੍ਰਭੂ ਨਾਲ ਪਿਆਰ ਪਾਉਣਾ, ਤਾਂ ਕਿ ਅਸੀਂ ਪ੍ਰਭੂ ਦੇ ਅਕਾਲ ਪੁਰਖ ਦੇ ਗੁਣ ਗ੍ਰਹਿਣ ਕਰ ਸਕੀਏ ਤੇ ਉਹਦੀ ਮਿਹਰ ਦੇ ਪਾਤਰ ਬਣ ਸਕੀਏ। ਤੋ ਕੇਵਲ ਇੱਕ ਇਹੀ ਜੋ ਤਰੀਕਾ ਹੈ ਆਪਣੇ ਜੀਵਨ ਨੂੰ ਸਫਲ ਕਰਨ ਦਾ, ਗੁਰਮਤਿ ਦੇ ਵਿੱਚ ਪ੍ਰਵਾਨ ਕੀਤਾ ਗਿਆ। ਸੋ ਮੂਲ ਮੰਤਰ ਦੀ ਵਿਚਾਰ ਜਪ ਬਾਣੀ ਦੀ ਵਿਚਾਰ ਦਾ ਇੱਕ ਹਿੱਸਾ ਹੀ ਹੈ, ਕਿਉਂਕਿ ਗੱਲ ਉੱਥੋਂ ਹੀ ਸ਼ੁਰੂ ਹੁੰਦੀ ਹੈ। ਤੋ ਮੂਲ ਮੰਤਰ ਨੂੰ ਭਾਵੇਂ ਬਾਰ-ਬਾਰ ਇਸਤੇਮਾਲ ਕੀਤਾ ਸਤਿਗੁਰਾਂ ਨੇ, ਹਰ ਰਾਗ ਦੇ ਆਰੰਭ ਦੇ ਵਿੱਚ, ਰਾਗਾਂ ਦੇ ਸੈਕਸ਼ਨਸ ਦੇ ਆਰੰਭ ਦੇ ਵਿੱਚ, ਵੱਡੀਆਂ ਬਾਣੀਆਂ ਦੇ ਆਰੰਭ ਦੇ ਵਿੱਚ, ਵਾਰਾਂ ਤੇ ਹੋਰ ਥਾਵਾਂ ਦੇ ਉੱਤੇ ਉਹਨਾਂ ਨੇ ਅਨੇਕਾਂ ਵਾਰ ਇਹਨੂੰ ਆਪਣਾ ਵਰਤਿਆ ਹੈ। ਮੂਲ ਮੰਤਰ ਨੂੰ ਵੱਖ-ਵੱਖ ਰੂਪਾਂ ਦੇ ਵਿੱਚ ਲਿਖਿਆ ਹੈ, ਪਰ ਇਸ ਦੇ ਬਾਵਜੂਦ ਵੀ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਪ ਬਾਣੀ ਦੀ ਵਿਚਾਰ ਇਸ ਮੂਲ ਮੰਤਰ ਦੀ ਤੇ ਪਹਿਲੇ ਸ਼ਲੋਕ ਦੀ ਵਿਚਾਰ ਤੋਂ ਬਿਨਾਂ ਜੋ ਹੈ ਉਹ ਅਧੂਰੀ ਹੈ। ਜਿਸ ਤਰ੍ਹਾਂ ਪਹਿਲਾ ਸ਼ਲੋਕ ਜਿਹੜਾ ਹੈ ਉਹ ਵੀ ਅਨਿੱਖੜਵਾਂ ਅੰਗ ਹੈ, ਇਸੇ ਤਰ੍ਹਾਂ ਹੀ ਹੁਣ ਜਿਹੜਾ ਆਖਰੀ ਸ਼ਲੋਕ ਸਤਿਗੁਰਾਂ ਨੇ ਦਿੱਤਾ ਹੈ, ਇਹ ਪੂਰੀ ਜਪ ਬਾਣੀ ਦਾ ਆਪਾਂ ਇਉਂ ਕਹੀਏ ਕਿ ਸੰਪੂਰਨ ਸਿਧਾਂਤ ਬਿਲਕੁਲ ਸੰਖੇਪ ਰੂਪ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਦੇ ਦਿੱਤਾ ਹੈ। ਵੈਸੇ ਜਿਹੜਾ ਇਹ ਸ਼ਲੋਕ ਹੈ ਇਹ ਮਾਝ ਦੀ ਵਾਰ ਦੇ ਵਿੱਚ ਮਹਿਲਾ ਦੂਜਾ ਦੇ ਸਿਰਲੇਖ ਹੈ, ਪੰਨਾ 146 ਤੇ ਵੀ ਦਰਜ ਹੈ। ਸੋ ਇਹ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਉਚਾਰਿਆ ਹੋਇਆ ਸਿੱਧ ਹੁੰਦਾ। ਤੋ ਕਈ ਵਿਦਵਾਨਾਂ ਕਰਕੇ ਉਹਨਾਂ ਦਾ ਵਿਚਾਰ ਇਹ ਹੈ ਕਿ ਸ਼ਾਇਦ ਇਸੇ ਕਰਕੇ ਹੀ ਇਸ ਬਾਣੀ ਦੇ ਆਰੰਭ ਦੇ ਵਿੱਚ ਕਰਤਾ ਦਾ ਸਿਰਲੇਖ ਮਹਿਲਾ ਲਿਖ ਕੇ ਨਹੀਂ ਦਿੱਤਾ ਗਿਆ। ਪਰ ਸਾਨੂੰ ਇਹਨਾਂ ਗੱਲਾਂ ਦੇ ਵਿੱਚ ਪੈਣ ਦੀ ਲੋੜ ਨਹੀਂ, ਕਿਉਂਕਿ ਇਹ ਸਿਰਫ ਅੰਦਾਜ਼ੇ ਮਾਤਰ ਹੀ ਹਨ ਜੋ ਵਿਦਵਾਨਾਂ ਨੇ ਆਪਣੀਆਂ ਕਿਆਸ ਰਾਈਆਂ ਲਗਾਈਆਂ।
ਇਹੀ ਕਾਰਨ ਹੈ ਕਿ ਸ਼ਾਇਦ ਇਹ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੋਣ ਕਰਕੇ ਇੱਕ ਹੋਰ ਵੀ ਸਾਡੇ ਵਿੱਚ ਰਵਾਇਤ ਪ੍ਰਚਲਿਤ ਹੋ ਗਈ, ਕਈ ਇਤਿਹਾਸਕ ਪੁਸਤਕਾਂ ਦੇ ਵਿੱਚ ਵੀ ਆ ਗਈ ਹੈ ਕਿ ਜਪ ਬਾਣੀ ਜੋ ਹੈ ਸਾਹਿਬ ਸ੍ਰੀ ਗੁਰੂ ਅੰਗਦ ਜੀ ਵੱਲੋਂ ਵੱਖ-ਵੱਖ ਸਮਿਆਂ ਤੇ ਉਚਾਰੇ ਗਏ ਜੋ ਛੋਟੇ-ਛੋਟੇ ਪੌੜੀਆਂ ਸਨ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹਨੂੰ ਐਡਿਟ ਕਰਕੇ ਤਰਤੀਬ ਦਿੱਤੀ ਤੇ ਇਹ ਸਾਰੀ ਤਰਤੀਬ ਗੁਰੂ ਅੰਗਦ ਸਾਹਿਬ ਦੀ ਦਿੱਤੀ ਗਈ ਹੈ, ਜਿਹਦੇ ਵਿੱਚ ਵਿਸ਼ੇ ਦੇ ਮੁਤਾਬਕ ਤਰਤੀਬ ਦਿੱਤੀ। ਤੋ ਇਹ ਧਾਰਨਾ ਪ੍ਰਚਲਿਤ ਹੋਣ ਦੇ ਵਿੱਚ ਇਸ ਚੀਜ਼ ਨੂੰ, ਇਹ ਜਿਹੜੀ ਰਵਾਇਤ ਹੈ, ਇਹਨੂੰ ਹੋਰ ਇਸ ਗੱਲ ਤੋਂ ਸਹਾਇਤਾ ਮਿਲ ਗਈ ਕਿਉਂਕਿ ਜਦੋਂ ਅਸੀਂ ਸਮੁੱਚੀ ਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਇਹ ਅੰਦਾਜ਼ਾ ਅਸੀਂ ਸਹਿਜੇ ਹੀ ਲਗਾ ਸਕਦੇ ਹਾਂ ਕਿ ਇਹ ਬਾਣੀ ਸ਼ਾਇਦ ਇੱਕ ਥਾਂ ਤੇ ਇੱਕ ਮੌਕੇ ਇੱਕੋ ਟਾਈਮ ਦੇ ਉੱਤੇ ਉਚਾਰਨ ਕੀਤੀ ਗਈ ਨਹੀਂ ਹੈ। ਐਸਾ ਅੰਦਾਜ਼ਾ ਇਸ ਕਰਕੇ ਲਗਾਇਆ ਜਾ ਸਕਦਾ ਹੈ ਕਿਉਂਕਿ ਇਹ ਜੋ ਪੌੜੀਆਂ ਹਨ, ਇਹਨਾਂ ਦੇ ਵਿੱਚ ਸਾਨੂੰ ਕਈ ਪੌੜੀਆਂ ਦੇ ਬਾਰੇ ਇਹ ਸਿੱਧਾ ਹੀ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਕੁਝ ਹਿੱਸੇ ਤਾਂ ਜੋਗੀਆਂ ਦੇ ਪ੍ਰਤੀ ਉਚਾਰੇ ਗਏ ਹਨ, ਕੁਝ ਇਸਲਾਮ ਦੇ ਕਿਸੇ ਪੈਰੋਕਾਰ ਦੇ ਨਾਲ ਗੱਲਬਾਤ ਕਰਦੇ ਹਾਂ, ਸ਼ਬਦਾਵਲੀ ਤੋਂ ਅੰਦਾਜ਼ਾ ਲੱਗਦਾ ਹੈ ਉਚਾਰੇ ਗਏ ਹਨ। ਤਾਂ ਹੋ ਸਕਦਾ ਹੈ ਸਾਰੀਆਂ ਰਵਾਇਤਾਂ ਵਿੱਚ ਕੁਝ ਤੱਥ ਹੋਣ ਵੀ, ਪਰ ਨਿਸ਼ਚੈ ਨਾਲ ਐਸਾ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਇਹ ਸਿਰਫ ਰਵਾਇਤਾਂ ਹੀ ਹਨ, ਆਪਣੇ ਅੰਦਾਜ਼ੇ ਹੀ ਅਸੀਂ ਕਹਿ ਸਕਦੇ ਹਾਂ। ਤੋ ਕਿਉਂਕਿ ਕਾਰਨ ਇਹ ਹੈ ਕਿ ਜਿਸ ਢੰਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ, ਤੋ ਉਹਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਿਰਲੇਖ ਦਿੱਤੇ ਹਨ, ਗਿਣਤੀਆਂ ਦਿੱਤੀਆਂ ਹਨ, ਕਾਵਿਕ ਰੂਪਾਂ ਦੇ ਬਾਰੇ, ਕਾਵ ਵੰਨਗੀਆਂ ਦੇ ਬਾਰੇ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਦਿੱਤਾ ਹੈ। ਧੁਨੀਆਂ ਵੀ ਚੜਾਈਆਂ ਹਨ, ਕਈ ਸਾਨੂੰ ਉਹਨਾਂ ਦੇ ਐਡੀਟੋਰੀਅਲ ਜਿਹੜੀਆਂ ਚੀਜ਼ਾਂ ਦਾ ਪਤਾ ਉੱਥੋਂ ਲੱਗਦਾ ਹੈ। ਉਹ ਕਵਿਤਾ ਦੇ ਰੂਪਾਂ ਦੇ ਬਾਰੇ ਵੀ, ਰਾਗਾਂ ਦੇ ਬਾਰੇ ਵੀ, ਰਾਗਾਂ ਦੀਆਂ ਪ੍ਰਕਾਰਾਂ ਦੇ ਭਾਵ ਇਹ ਕਿ ਉਹ ਹਰ ਤਰੀਕੇ ਦੇ ਨਾਲ ਉਹਨਾਂ ਨੇ ਕੋਈ ਕਿਸੇ ਪਾਸਿਓਂ ਵੀ ਕੋਈ ਗੈਪ ਨਹੀਂ ਛੱਡਿਆ। ਤਾਂ ਫਿਰ ਇਹ ਵੀ ਉਹਦੇ ਵਿੱਚ, ਇਹ ਜੋ ਕੁਝ ਵੀ ਗੱਲਾਂ ਅੱਜ ਵਿਦਵਾਨ ਕਹਿ ਰਹੇ ਹਨ, ਇਹ ਵੀ ਉਹਦੇ ਵਿੱਚ ਅੰਕਿਤ ਹੋਣੀਆਂ ਕੋਈ ਮੁਸ਼ਕਲ ਕੰਮ ਨਹੀਂ ਸੀ। ਪਰ ਹੁਣ ਇਹਦੇ ਪਿੱਛੇ ਸਤਿਗੁਰੂ ਜੀ ਦੀ ਅਸਲ ਦੇ ਵਿੱਚ ਕੀ ਰਮਜ਼ ਹੈ ਕਿ ਇਹ ਇਸ ਬਾਣੀ ਦੇ ਉੱਤੇ ਮਹਿਲਾ ਪਾ ਕੇ ਕੋਈ ਸਿਰਲੇਖ ਨਹੀਂ ਦਿੱਤਾ ਗਿਆ, ਇਹ ਤਾਂ ਸਤਿਗੁਰੂ ਆਪ ਹੀ ਜਾਣਦੇ। ਬਾਕੀ ਜਿੱਥੋਂ ਤੱਕ ਗੁਰਮਤਿ ਦੇ ਵਿੱਚ ਸ਼ਰਧਾ ਰੱਖਣ ਵਾਲੇ ਇੱਕ ਸਧਾਰਨ ਸਿੱਖ ਦਾ ਸਵਾਲ ਹੈ, ਜੋ ਕਿ ਅਸੀਂ ਸਾਰੇ ਹੀ ਹਾਂ, ਇਹ ਸਾਰੀਆਂ ਚੀਜ਼ਾਂ ਸਾਡੇ ਲਈ ਕੋਈ ਖਾਸ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਸਾਡੇ ਲਈ ਤਾਂ ਇੱਕੋ ਹੀ ਚੀਜ਼ ਅਰਥ ਰੱਖਦੀ ਹੈ ਕਿ ਅਸੀਂ ਇਸ ਬਾਣੀ ਨੂੰ ਜੋ ਸਮਝੀਏ ਕਿ ਸਤਿਗੁਰੂ ਜੀ ਸਾਨੂੰ ਇਹਦੇ 'ਚ ਕੀ ਉਪਦੇਸ਼ ਦੇ ਰਹੇ ਹਨ, ਉਹਨਾਂ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾਈਏ ਤੇ ਉਹਨਾਂ ਉਪਦੇਸ਼ਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲੀਏ। ਸੋ ਸਾਡਾ ਜੋ ਮੰਤਵ ਹੈ ਉਹ ਇਹਨਾਂ ਬਹਿਸਾਂ ਦੇ ਵਿੱਚੋਂ ਸਾਨੂੰ ਨਾ ਤਾਂ ਕੁਝ ਮਿਲਣਾ ਹੈ ਤੇ ਨਾ ਹੀ ਆਪਾਂ ਇਹਨਾਂ ਬਹਿਸਾਂ ਦੇ ਵਿੱਚ ਪੈਣਾ ਹੈ। ਇਹ ਵਿਦਵਾਨਾਂ ਦੇ ਕੰਮ ਹਨ, ਵਿਦਵਾਨ ਕਰਦੇ ਰਹਿਣ, ਪਰ ਸਾਡਾ ਜੋ ਮੰਤਵ ਹੈ ਇਸ ਬਾਣੀ ਨੂੰ ਪੜ੍ਹਨ ਦਾ, ਇਹਦਾ ਪਾਠ ਕਰਨ ਦਾ, ਇਹਨੂੰ ਸਮਝਣ ਦਾ, ਉਹ ਇੱਕੋ ਹੀ ਹੈ ਕਿ ਇਹਨੂੰ ਸਮਝ ਕੇ ਹਿਰਦੇ 'ਚ ਵਸਾ ਕੇ ਆਪਣੇ ਜੀਵਨ ਨੂੰ ਇਸ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰੀਏ। ਇਹੀ ਸਾਡਾ ਇੱਕੋ ਇੱਕ ਮਨੋਰਥ ਹੈ। ਤੋ ਇਹ ਬਾਣੀ ਜੋ ਹੈ, ਇਹ ਪੂਰੀ ਦੀ ਪੂਰੀ ਬਾਣੀ ਸਤਿਗੁਰਾਂ ਨੇ ਜੋ ਲਿਖੀ ਹੈ, ਇਹਦੇ 'ਚ ਸਾਨੂੰ ਇੱਕ ਹੋਰ ਚੀਜ਼ ਧਿਆਨ ਰੱਖਣ ਵਾਲੀ ਗੱਲ ਹੈ ਕਿ ਇਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਪਣੀ ਇੱਕ ਨਿਵੇਕਲੀ ਕਾਵਿਕ ਸ਼ੈਲੀ ਹੈ, ਜਿਸ ਦਾ ਇੱਕ ਵੱਡਾ ਲੱਛਣ ਇਹ ਹੈ ਕਿ ਇਹ ਅਤ ਦੀ ਸੰਖੇਪ ਹੈ। ਇੱਕ ਬਿਲਕੁਲ ਕ੍ਰਿਪਟਿਕ ਸਟਾਈਲ ਅਸੀਂ ਜਿਹਨੂੰ ਕਹਿ ਸਕਦੇ ਹਾਂ, ਉਹਦੇ ਵਿੱਚ ਸਤਿਗੁਰਾਂ ਨੇ ਬੜੇ ਥੋੜ੍ਹੇ ਮਤਲਬ ਥੋੜ੍ਹੀਆਂ ਪੌੜੀਆਂ ਦੇ ਵਿੱਚ, ਥੋੜ੍ਹੇ ਸ਼ਬਦਾਂ ਦੇ ਵਿੱਚ ਸਾਨੂੰ ਸੰਪੂਰਨ ਜੋ ਸਾਡਾ ਫਲਸਫਾ ਹੈ ਗੁਰਮਤਿ ਦਾ, ਉਹ ਸਾਨੂੰ ਸਮਝਾ ਦਿੱਤਾ ਹੈ। ਔਰ ਇਹ ਜਿਹੜਾ ਸਟਾਈਲ ਹੈ, ਇਹਦੇ ਨਾਲ ਇਹ ਅਸੀਂ ਜਿੰਨਾ ਕੁ ਸਮਾਂ ਇਸ ਬਾਣੀ ਦੇ ਉੱਤੇ ਲਗਾਉਂਦੇ ਹਾਂ, ਅਸਲ ਵਿੱਚ ਇਹ ਉਸ ਤੋਂ ਬਹੁਤ ਵਿਸ਼ਾਲ ਬਾਣੀ ਹੈ। ਇਹਨੂੰ ਸਮਝਣਾ ਬਹੁਤ ਗੰਭੀਰ ਕੰਮ ਹੈ, ਜੋ ਕਿ ਬਹੁਤ ਮਿਹਨਤ ਮੰਗਦਾ ਹੈ। ਅਤੇ ਸਤਿਗੁਰੂ ਜੀ ਨੇ ਇਹਨੂੰ ਅਤ ਉਪਦੇਸ਼, ਜਿਹੜਾ ਸਾਨੂੰ ਅਤ ਵਿਸ਼ਾਲ ਉਪਦੇਸ਼, ਜਿਹੜਾ ਬੜੇ ਥੋੜ੍ਹੇ ਸ਼ਬਦਾਂ ਦੇ ਸਾਡੀ ਝੋਲੀ ਦੇ ਵਿੱਚ ਪਾ ਲਿਆ ਹੈ, ਇਹਦੇ ਪਿੱਛੇ ਵੀ ਸਤਿਗੁਰੂ ਜੀ ਦਾ ਕੁਝ ਖਾਸ ਮੰਤਵ ਹੋਏਗਾ, ਜੋ ਅਸੀਂ ਜਿਉਂ-ਜਿਉਂ ਇਹਦੇ ਉੱਤੇ ਅਮਲ ਕਰਾਂਗੇ ਤੇ ਸਾਨੂੰ ਸ਼ਾਇਦ ਸਮਝ ਲੱਗੀ ਜਾਏਗੀ। ਤੋ ਆਰੰਭ ਤੋਂ ਹੀ ਇਹ ਬਾਣੀ ਸਾਡੇ ਨਿਤਨੇਮ ਦੇ ਵਿੱਚ ਸ਼ਾਮਲ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਹੀ ਇਹਨੂੰ ਕਰਤਾਰਪੁਰ ਵਿਖੇ ਹੁੰਦਿਆਂ ਨਿਰਧਾਰਿਤ ਕਰ ਦਿੱਤਾ ਗਿਆ ਸੀ ਇਸ ਦਾ ਪਾਠ ਕਰਨਾ।
ਬਾਕੀ ਗੁਰੂ ਸਾਹਿਬਾਨ ਨੇ ਵੀ ਇਹਦੇ ਲਈ ਉਚੇਚੇ ਯਤਨ ਕੀਤੇ ਤੇ ਚੌਥੇ ਪਾਤਸ਼ਾਹ ਨੇ ਤਾਂ ਇਸ ਬਾਣੀ ਦੇ ਗੁਟਕੇ ਇੰਨੀ ਵੱਡੀ ਗਿਣਤੀ ਵਿੱਚ ਲਿਖਵਾਏ ਤੇ ਵੰਡੇ ਕਿ ਇਸ ਬਾਣੀ ਦਾ ਨਾਮ ਜਪ ਰਾਮਦਾਸ ਵਜੋਂ ਹੀ ਮਸ਼ਹੂਰ ਹੋ। ਆਮ ਜਨਤਾ ਦੇ ਵਿੱਚ, ਆਮ ਸਿੱਖਾਂ ਦੇ ਵਿੱਚ ਇਹੀ ਨਾਮ ਪ੍ਰਚਲਿਤ ਹੋਣਾ ਸ਼ੁਰੂ ਹੋ ਗਿਆ ਕਿ ਇਹ ਜਪ ਰਾਮਦਾਸ ਹੈ, ਕਿਉਂਕਿ ਸਤਿਗੁਰੂ ਰਾਮਦਾਸ ਜੀ ਨੇ ਹੀ ਇਹਨੂੰ ਪ੍ਰਚਲਿਤ ਕਰਨ ਦਾ, ਇਹਦਾ ਪ੍ਰਚਾਰ ਕਰਨ ਦਾ, ਵੰਡਣ ਦਾ ਜੋ ਬਹੁਤ ਵੱਡਾ ਉਦਮ ਕੀਤਾ ਸੀ। ਉਹਨਾਂ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਬਚਨ ਵੀ ਸਾਡੇ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਜੀ ਨੇ ਇਹਨੂੰ ਕਿਹਾ ਕਿ ਜਿਸ ਪਾਸ ਵੀ ਜਪ ਨਿਸ਼ਾਨ ਹੋਵੇਗਾ, ਭਾਵ ਜਿਸ ਦੇ ਜੀਵਨ ਦੇ ਵਿੱਚ ਜਪ ਦਾ ਨਿਸ਼ਾਨ ਹੋਵੇਗਾ, ਭਾਵ ਜਿਸ ਦਾ ਜੀਵਨ ਜਪ ਬਾਣੀ ਦੇ ਅਨੁਸਾਰ ਹੋਏਗਾ, ਉਹਨੂੰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਉਹ ਵਿਅਕਤੀ ਪ੍ਰਵਾਨ ਹੋਵੇ। ਤੋ ਇਸ ਦਾ ਅਰਥ ਇਹੀ ਹੈ ਕਿ ਜੋ ਸਿੱਖ ਜਪ ਬਾਣੀ ਤੇ ਅਮਲ ਕਰੇਗਾ, ਇਸ ਨੂੰ ਜੀਵਨ ਦੇ ਵਿੱਚ ਢਾਲੇਗਾ, ਉਹਦਾ ਜੀਵਨ ਸਫਲ ਹੋਵੇ। ਭਾਵੇਂ ਇਹ ਜਿਹੜੀ ਗੱਲ ਹੈ ਅਸੀਂ ਸਿਰਫ ਜਪਜੀ ਸਾਹਿਬ ਵਾਸਤੇ ਨਹੀਂ ਕਹਿ ਸਕਦੇ, ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਬਾਣੀ ਦੇ ਬਾਰੇ ਕਹੀ ਜਾ ਸਕਦੀ ਹੈ, ਇਹ ਹਰ ਸ਼ਬਦ ਬਾਰੇ ਕਹੀ ਜਾ ਸਕਦੀ ਹੈ। ਪਰ ਫਿਰ ਵੀ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਬਾਣੀ ਜੋ ਹੈ ਸਾਡੇ ਜੀਵਨ ਦੇ ਵਿੱਚ ਇੱਕ ਵਿਸ਼ੇਸ਼ ਦਰਜਾ ਰੱਖਦੀ ਹੈ, ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਕਿਉਂਕਿ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਤਾਂ ਸ਼ਹੀਦਾਂ ਬਾਰੇ ਵੀ ਇਹ ਬਾਰ-ਬਾਰ ਜ਼ਿਕਰ ਆਉਂਦਾ ਹੈ ਕਿ ਸ਼ਹੀਦੀ ਦੇ ਸਮੇਂ ਜਦੋਂ ਉਹਨਾਂ ਤੇ ਅਤ ਦੇ ਜ਼ੁਲਮ ਕੀਤੇ ਜਾ ਰਹੇ ਹੁੰਦੇ ਸਨ, ਤਾਂ ਇਸ ਬਾਣੀ ਦਾ ਪਾਠ ਸੁਰਤ ਜੋੜ ਕੇ ਕਰ ਰਹੇ ਹੁੰਦੇ ਸਨ ਤੇ ਇਸ ਬਾਣੀ ਦਾ ਪਾਠ ਕਰਦੇ ਕਰਦੇ ਹੀ ਉਹ ਸ਼ਹੀਦੀਆਂ ਪ੍ਰਾਪਤ ਕਰਦੇ ਸੀ। ਇੱਥੋਂ ਤੱਕ ਕਿ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਤਾਂ ਉਸ ਵੇਲੇ ਵੀ ਜਪਜੀ ਸਾਹਿਬ ਦੇ ਪਾਠ ਕਰਨ ਉਪਰੰਤ, ਇਸ ਦਾ ਭੋਗ ਪਾਉਣ ਉਪਰੰਤ ਹੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਐਸਾ ਜ਼ਿਕਰ ਵੀ ਇਤਿਹਾਸ ਵਿੱਚ ਸਾਨੂੰ ਮਿਲਦਾ। ਤੋ ਇਹ ਬਾਣੀ ਜੋ ਹੈ ਇਹ ਸਿੱਖਾਂ ਦੀ ਸ਼ਰਧਾ ਦੀ, ਪ੍ਰੇਮ ਦੀ ਇੱਕ ਖਾਸ ਕੇਂਦਰ ਰਹੀ ਹੈ ਆਰੰਭ ਤੋਂ ਲੈ ਕੇ ਹੀ, ਔਰ ਅੱਜ ਤੱਕ ਐਸਾ ਹੀ ਚੱਲਿਆ ਆ ਰਿਹਾ ਹੈ। ਜਿੱਥੇ ਇੱਕ ਪਾਸੇ ਬਾਣੀ ਸਿੱਖਾਂ ਦੇ ਪ੍ਰੇਮ ਦਾ ਤੇ ਸ਼ਰਧਾ ਦਾ ਕੇਂਦਰ ਹੈ, ਜਿਵੇਂ ਕਿ ਆਪਾਂ ਇਹਦੀ ਵਿਚਾਰ ਕਰਦਿਆਂ ਹੋਇਆਂ ਇਸ ਗੱਲ ਨੂੰ ਸਾਰਿਆਂ ਨੇ ਹੀ ਭਲੀ ਭਾਂਤ ਮਹਿਸੂਸ ਕਿ ਇਹ ਜੋ ਬਾਣੀ ਹੈ ਸਿਰਫ ਪ੍ਰੇਮ ਦਾ ਕੇਂਦਰ ਹੀ ਨਹੀਂ ਹੈ, ਇਹ ਸਿੱਖ ਸਿਧਾਂਤਾਂ ਤੇ ਫਲਸਫੇ ਦਾ ਵੀ ਖਜ਼ਾਨਾ ਹੈ, ਗੁਰਮਤਿ ਫਲਸਫੇ ਦਾ ਇਹ ਅਸੀਂ ਕਹੀਏ ਕਿ ਆਧਾਰ ਹੈ। ਤੋ ਇਹ ਇੱਕ ਬਾਣੀ ਜੋ ਹੈ ਸਾਨੂੰ ਸੰਪੂਰਨ ਜੀਵਨ ਜਾਂਚ ਦੱਸਦੀ ਹੈ। ਤੋ ਜਿਹੜੇ ਸ਼ਲੋਕ ਦੀ ਅੱਜ ਆਪਾਂ ਵਿਚਾਰ ਕਰ ਰਹੇ ਹਾਂ, ਇਸ ਦੇ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਇਹ ਸੰਪੂਰਨ ਬਾਣੀ ਦਾ ਸਾਰ ਕਿਹਾ ਜਾ ਸਕਦਾ। ਬਾਕੀ ਬਾਣੀ ਵਾਂਗ ਹੀ ਇਸ ਸ਼ਲੋਕ ਵਿੱਚ ਵੀ ਕੇਵਲ ਕੁਝ ਕੁ ਪੰਕਤੀਆਂ ਹੀ ਹਨ, ਪਰ ਇਹਨਾਂ ਥੋੜ੍ਹੀਆਂ ਜਿਹੀਆਂ ਪੰਕਤੀਆਂ ਦੇ ਵਿੱਚ ਹੀ ਸਤਿਗੁਰੂ ਜੀ ਨੇ ਸਾਡੀ ਸਮੁੱਚੀ ਜੀਵਨ ਜਿਆਚ ਵਾਸਤੇ, ਅਸੀਂ ਜੀਵਨ ਕਿਵੇਂ ਜੀਣਾ ਹੈ, ਇਹਦੇ ਵਿੱਚ ਸਾਡੀਆਂ ਪ੍ਰਾਇਰਟੀਜ਼ ਕੀ ਹੋਣੀਆਂ ਚਾਹੀਦੀਆਂ, ਉਹ ਸਤਿਗੁਰੂ ਜੀ ਨੇ ਸਾਨੂੰ ਇਹਨਾਂ ਥੋੜ੍ਹੀਆਂ ਜਿਹੀਆਂ ਪੰਕਤੀਆਂ ਦੇ ਵਿੱਚ ਹੀ ਇੱਕ ਵਾਰੀ ਆਪਾਂ ਕਹੀਏ ਕਿ ਪੂਰੇ ਜਪਜੀ ਸਾਹਿਬ ਦੀ ਸਮਰੀ ਦੇ ਵਜੋਂ ਸਾਨੂੰ ਇੱਕ ਵਾਰੀ ਫਿਰ ਸਮਝਾ ਦਿੱਤੀਆਂ। ਤਾਂ ਪਹਿਲੀ ਗੱਲ ਤਾਂ ਸਤਿਗੁਰੂ ਜੀ ਨੇ ਇਹ ਸਮਝਾਈ ਹੈ ਕਿ ਇਹ ਜੋ ਪੂਰਾ ਜਗਤ ਹੈ, ਭਾਵ ਜਿਤਨੇ ਮਨੁੱਖ ਹਨ, ਜਿਤਨੇ ਜੀਵ ਹਨ, ਉਹ ਇਸ ਜਗਤ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਇੱਕ ਖੇਡ ਵਾਂਗ ਹੀ ਖੇਡ ਰਹੇ। ਖੇਲਾ ਸਗਲ ਜਗਤ, ਸਤਿਗੁਰੂ ਜੀ ਨੇ ਕਿਹਾ ਹੈ। ਹੁਣ ਪ੍ਰਭੂ ਨੇ ਪਵਨ, ਪਾਣੀ, ਧਰਤੀ, ਦਿਨ ਰਾਤ, ਇਹ ਸਾਰਾ ਕੁਝ ਸਾਡੇ ਇਸ ਅਮੋਲਕ ਜਨਮ ਦੇ ਵਾਸਤੇ, ਇਹ ਸਾਡੀ ਪਾਲਣਾ ਵਾਸਤੇ, ਸਾਡੇ ਸੁੱਖ ਸਹੂਲਤ ਕਰਕੇ ਇਹ ਸਾਰਾ ਕੁਝ ਸਾਜਿਆ। ਪਰ ਇਹ ਸਾਰਾ ਕੁਝ ਸਾਜਣ ਦਾ ਮਨੋਰਥ ਤਾਂ ਅਸਲ ਵਿੱਚ ਇਹ ਸੀ ਕਿ ਅਸੀਂ ਜਿਸ ਕਾਰਨ ਇਸ ਜਗਤ ਦੇ ਵਿੱਚ ਆਏ ਹਾਂ, ਸਾਡਾ ਧਿਆਨ ਉੱਧਰ, ਕਿਉਂਕਿ ਇਹ ਖੇਡ ਇੰਨੀ ਸੁੰਦਰ ਹੈ, ਇਹ ਮਾਇਆ ਦੀ ਖੇਡ, ਇਹ ਸਾਰਾ ਕੁਝ ਜੋ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ, ਪਵਨ, ਪਾਣੀ, ਧਰਤੀ, ਦਿਨ ਰਾਤ, ਔਰ ਦਿਨ ਰਾਤ ਵਿੱਚ ਕੀਤੇ ਜਾਣ ਵਾਲੇ ਕੰਮ, ਇਹ ਸਾਰੇ ਇੰਨੇ ਸੁੰਦਰ ਹਨ, ਇੰਨੇ ਸਵਾਦੀ ਹਨ, ਇਹ ਸਾਡੇ ਦਿਲ ਨੂੰ, ਮਨ ਨੂੰ, ਦਿਮਾਗ ਨੂੰ ਚੰਗੀ ਤਰ੍ਹਾਂ ਆਪਣੇ ਵਿੱਚ ਖੋਭ ਲੈਂਦੇ ਹਨ ਕਿ ਸਾਨੂੰ ਹੁੰਦਾ ਕੀ ਹੈ ਕਿ ਸਾਨੂੰ ਆਪਣਾ ਜੀਵਨ ਦਾ ਮਨੋਰਥ ਭੁੱਲ ਜਾਂਦਾ। ਮਨੋਰਥ ਸਤਿਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਭਾਈ ਪ੍ਰਾਪਤ ਮਾਨੁਖ ਤੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੋ ਇਹ ਅਮੋਲਕ ਜਨਮ ਜੋ ਪਤਾ ਨਹੀਂ ਅਕਾਲ ਪੁਰਖ ਦੀ ਅਪਾਰ ਕਿਰਪਾ ਦੇ ਨਾਲ ਹੀ ਸਾਨੂੰ ਪ੍ਰਾਪਤ ਹੁੰਦਾ ਹੈ, ਉਸ ਜਨਮ ਦਾ ਅਸੀਂ ਫਾਇਦਾ ਉਠਾਉਣ ਦੀ ਥਾਂ ਦੇ ਉੱਤੇ ਇਸ ਖੇਡ ਵਿੱਚ ਹੀ ਇੰਨੇ ਮਗਨ ਹੋ ਜਾਂਦੇ ਹਾਂ
ਕਿ ਸਾਨੂੰ ਆਪਣੇ ਜੀਵਨ ਦਾ ਮਨੋਰਥ ਹੀ ਭੁੱਲ ਜਾਂਦਾ ਹੈ। ਅਸੀਂ ਆਪਣੇ ਜੀਵਨ ਨੂੰ ਸਫਲ ਕਰਨ ਦਾ ਕੋਈ ਯਤਨ ਹੀ ਨਹੀਂ ਕਰਦੇ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡਾ ਮਨੋਰਥ ਕੀ ਹੈ। ਤਾਂ ਕੀ ਇਹ ਸਿਰਫ ਜੀਵਨ ਜੋ ਮਿਲਿਆ ਹੈ ਸਾਨੂੰ ਸਿਰਫ ਖਾਣ ਪੀਣ ਲਈ, ਮੌਜ ਉਡਾਉਣ ਲਈ ਹੈ? ਤਾਂ ਅਸੀਂ ਉਹਨਾਂ ਦਾ ਵੀ ਹਸ਼ਰ ਦੇਖ ਸਕਦੇ ਹਾਂ ਕਿ ਜਿਹੜੇ ਸਿਰਫ ਇਸੇ ਫਿਲਾਸਫੀ ਦੇ ਵਿੱਚ ਯਕੀਨ ਰੱਖਦੇ ਹਨ। ਜਾਂ ਕੀ ਇਹ ਸਿਰਫ ਧਨ ਪਦਾਰਥ ਜਾਂ ਮਾਇਆ ਆਦਿ ਇਕੱਠੇ ਕਰਨ ਲਈ ਹੈ? ਉਹਨਾਂ ਦਾ ਵੀ ਹਸ਼ਰ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਨੂੰ ਉਹਨਾਂ ਦਾ ਜੀਵਨ ਕੈਸਾ ਹੈ, ਕੀ ਅਸੀਂ ਉਹਨਾਂ ਦੇ ਜੀਵਨ ਨੂੰ ਸਫਲ ਕਹਿ ਸਕਦੇ ਹਾਂ? ਜਾਂ ਇਹ ਜੀਵਨ ਦੇ ਵਿੱਚ ਅਸੀਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਨ ਦੇ ਵਿੱਚ ਰੁੱਝ ਜਾਂਦੇ ਹਾਂ, ਮਾਨ ਪ੍ਰਤਿਸ਼ਠਾ ਇੱਜ਼ਤ ਇਹ ਸਾਰਾ ਕੁਝ ਇਕੱਠਾ ਕਰਨ ਲੱਗ ਜਾਂਦੇ ਹਾਂ? ਜਾਂ ਜੇ ਹੋਰ ਖੇਡ ਵਿੱਚ ਪੈ ਜਾਈਏ ਤੇ ਆਪਣੇ ਲਈ ਅਨੇਕ ਪੈਸੇ ਦੀ ਜਾਂ ਸਿਆਸੀ ਤਾਕਤ ਇਕੱਠੀ ਕਰਨ ਦੇ ਵਿੱਚ ਅਸੀਂ ਜੁਟ ਜਾਂਦੇ ਹਾਂ ਕਿ ਵੀ ਆਪਾਂ ਜੀਵਨ ਦੇ ਵਿੱਚ ਇਹ ਸਾਰੀਆਂ ਪਦਵੀਆਂ ਤੱਕ ਇੰਨੀਆਂ ਵੱਡੀਆਂ ਤਾਕਤਾਂ ਇਕੱਠੀਆਂ ਕਰਨੀਆਂ। ਪਰ ਸਤਿਗੁਰੂ ਜੀ ਕਹਿ ਰਹੇ ਹਨ ਇਹ ਤਾਂ ਸਾਰਾ ਖੇਲ ਹੈ, ਤੇ ਖੇਲ ਹੈ ਸਗਲ ਜਗਤ। ਸਾਰਾ ਜਗਤ ਇਸੇ ਖੇਲ ਦੇ ਵਿੱਚ ਹੀ ਮਗਨ ਹੋ ਗਿਆ ਹੈ, ਔਰ ਅਸੀਂ ਵੀ ਇਸੇ ਖੇਲ ਦੇ ਵਿੱਚ ਮਗਨ। ਸਾਨੂੰ ਇਹ ਭੁੱਲ ਹੀ ਜਾਂਦਾ ਹੈ ਕਿ ਅਸਲ ਖੇਲ ਅਸੀਂ ਇੱਥੇ ਕਿਹੜਾ ਖੇਡਣਾ ਹੈ। ਕਿ ਇਹ ਮਾਇਆ ਦਾ ਖੇਲ, ਇਹ ਜੀਵਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਇਕੱਠੇ ਕਰਨ ਦਾ ਖੇਡ ਖੇਡਣ ਆਏ ਸਾਂ, ਜਾਂ ਕੋਈ ਹੋਰ ਇੱਥੇ ਸਰਮਾਇਆ ਇਕੱਠਾ ਕਰਨ ਆਏ ਸਾਂ? ਤਾਂ ਸਤਿਗੁਰੂ ਜੀ ਅਗਲੀਆਂ ਦੋ ਪੰਕਤੀਆਂ ਦੇ ਵਿੱਚ ਕਹਿੰਦੇ ਹਨ ਕਿ ਵੀ ਇਹ ਸਾਰਾ ਖੇਲ ਤਾਂ ਖੇਲ ਲਿਆ, ਪਰ ਇਹ ਯਾਦ ਰੱਖੋ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਵੀ ਇਹ ਜੋ ਚੰਗਿਆਈਆਂ ਤੇ ਬੁਰਿਆਈਆਂ ਕਰ ਰਹੇ ਹਾਂ, ਇਹ ਸਾਰਾ ਕੁਝ ਕਰਨ ਦੇ ਵਿੱਚ, ਕਿਉਂਕਿ ਜਦੋਂ ਅਸੀਂ ਇਹ ਖੇਡ ਕਰਦੇ ਹਾਂ, ਖੇਲ ਖੇਲਦੇ ਹਾਂ, ਚਾਹੇ ਇਹ ਮौज ਕਰਨ ਦੀ ਖੇਡ ਹੋਵੇ ਜਾਂ ਧਨ ਪਦਾਰਥ ਮਾਣ ਇੱਜ਼ਤ ਤਾਕਤ ਆਦਿ ਇਕੱਠੇ ਕਰਨ ਦੀ ਖੇਡ ਹੋਵੇ, ਤੇ ਉਹਦੇ ਚ ਨਾਲ ਨਾਲ ਅਸੀਂ ਕਰਮ ਵੀ ਤਾਂ ਕਰ ਰਹੇ ਹਾਂ। ਸਾਡੇ ਨਾਲ ਜਿਹੜੇ ਜੀਵ ਰਹਿ ਰਹੇ ਹਨ, ਸਾਡਾ ਉਹਨਾਂ ਦੇ ਜੀਵਨ ਉੱਤੇ ਵੀ ਤਾਂ ਅਸਰ ਪੈ ਰਿਹਾ ਹੈ, ਸਿਰਫ ਉਹਨਾਂ ਦੇ ਜੀਵਨ ਉੱਤੇ ਨਹੀਂ। ਜਿਹਨੂੰ ਸਤਿਗੁਰੂ ਜੀ ਨੇ ਸਾਨੂੰ ਪਵਨ ਨੂੰ ਗੁਰੂ ਕਹਿ ਕੇ ਦੱਸਿਆ ਹੈ, ਪਾਣੀ ਨੂੰ ਪਿਤਾ ਕਹਿ ਕੇ ਦੱਸਿਆ ਹੈ, ਧਰਤੀ ਨੂੰ ਮਾਤਾ ਕਹਿ ਕੇ ਦੱਸਿਆ ਹੈ, ਕੀ ਅਸੀਂ ਉਹਨਾਂ ਨਾਲ ਵੀ ਖੇਡ ਤਾਂ ਨਹੀਂ ਖੇਡ ਰਹੇ? ਉਹਨਾਂ ਨਾਲ ਵੀ ਅਸੀਂ ਬੁਰਾਈਆਂ ਤਾਂ ਨਹੀਂ ਕਰ ਰਹੇ? ਕੀ ਅਸੀਂ ਆਪਣੀ ਰਿਸਪੌਂਸਿਬਲ ਖੇਡ ਖੇਡ ਰਹੇ ਹਾਂ? ਇਹ ਸਾਡੇ ਵਾਸਤੇ ਸਵਾਲ ਸਤਿਗੁਰੂ ਜੀ ਨੇ ਖੜਾ ਕੀਤਾ ਹੈ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਇਹਨੂੰ ਵਾਚਿਆ ਜਾਣਾ ਹੈ, ਇਹਦੀ ਪਰਖ ਕੀਤੀ ਜਾਣੀ ਹੈ, ਇਹਦਾ ਹਿਸਾਬ ਕਿਤਾਬ ਹੋਣਾ ਹੈ, ਔਰ ਹਿਸਾਬ ਕਿਤਾਬ ਵੀ ਕਿਤੇ ਅੱਗੇ ਜਾ ਕੇ ਨਹੀਂ ਹੋਣਾ। ਸਤਿਗੁਰੂ ਕਹਿੰਦੇ ਹਨ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਵੀ ਇਹ ਜਿਸ ਤਰ੍ਹਾਂ ਦੇ ਅਸੀਂ ਕਰਮ ਕਰਦੇ ਜਾ ਰਹੇ ਹਾਂ, ਉਹਦੇ ਮੁਤਾਬਕ ਜਾਂ ਤੇ ਅਸੀਂ ਅਕਾਲ ਪੁਰਖ ਦੇ ਨੇੜੇ ਹੁੰਦੇ ਜਾ ਰਹੇ ਹਾਂ, ਤੇ ਜਾਂ ਅਕਾਲ ਪੁਰਖ ਤੋਂ ਦੂਰ ਹੁੰਦੇ ਜਾ ਰਹੇ। ਜਿੰਨਾ ਉਹਦੇ ਤੋਂ ਦੂਰ ਹੁੰਦੇ ਜਾ ਰਹੇ ਹਾਂ, ਭਾਵ ਅਸੀਂ ਆਪਣੀ ਜੋ ਕਰਮ ਕਰ ਰਹੇ ਹਾਂ ਉਹ ਰਿਸਪੌਂਸਿਬਲ ਤਰੀਕੇ ਨਾਲ ਨਹੀਂ ਕਰ ਰਹੇ, ਬੁਰਾਈਆਂ ਵੀ ਵਿੱਚ ਅਨੇਕਾਂ ਕਰੀ ਜਾ ਰਹੇ ਹਾਂ, ਅਸੀਂ ਬਾਕੀ ਜੀਵਾਂ ਦੇ ਨਾਲ ਵਰਤਾਅ ਵੀ ਗਲਤ ਕਰ ਰਹੇ ਹਾਂ, ਤੇ ਇਹ ਜੋ ਕੁਦਰਤ ਦੇ ਜੋ ਜਿਨ੍ਹਾਂ ਦੇ ਸਹਾਰੇ ਅਸੀਂ ਦਿਨ ਕੱਟ ਰਹੇ ਹਾਂ, ਉਹਨਾਂ ਦੇ ਨਾਲ ਵੀ ਸਾਡਾ ਵਰਤਾਓ ਮਾੜਾ ਹੈ, ਤਾਂ ਫਿਰ ਸਾਡਾ ਹਾਲ ਕੀ ਹੋਏਗਾ? ਫਿਰ ਅਸੀਂ ਉਸ ਅਕਾਲ ਪੁਰਖ ਤੋਂ ਦੂਰ ਹੁੰਦੇ ਜਾਵਾਂਗੇ ਤੇ ਸਾਡਾ ਜੀਵਨ ਸਫਲ ਨਹੀਂ ਹੋਏਗਾ। ਸਫਲ ਨਹੀਂ ਹੋਏਗਾ ਤੇ ਸਾਨੂੰ ਸਾਰਿਆਂ ਨੂੰ ਸਾਡਾ ਆਪਣਾ ਜਿਹੜਾ ਫੇਟ ਹੈ ਉਹ ਪਤਾ ਹੈ ਕਿ ਇੱਥੇ ਸਿਰਫ ਆਉਣ ਜਾਣ ਦੀ ਜੋ ਖੇਡ ਹੈ, ਫਿਰ ਸਾਡੀ ਉਹੀ ਖੇਡ ਬਣ ਜਾਏਗੀ। ਕਦੇ ਇਸ ਜਗਤ ਦੇ ਵਿੱਚ ਆਵਾਂਗੇ, ਕਦੇ ਜਾਵਾਂਗੇ, ਤੇ ਹਰ ਵਾਰੀ ਇੱਥੇ ਜੋ ਇਹ ਆਉਣਾ ਤੇ ਜਾਣਾ ਹੈ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਸਜ਼ਾ ਹੈ। ਤੇ ਸਤਿਗੁਰੂ ਜੀ ਫਿਰ ਸਾਡੇ ਸਾਹਮਣੇ ਇੱਕ ਹੋਰ ਸੱਚਾਈ ਰੱਖ ਰਹੇ ਹਨ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿਉਂਕਿ ਜਗਤ ਵਿੱਚ ਅਸੀਂ ਆਏ ਤਾਂ ਇਸ ਕਰਕੇ ਸੀ ਕਿ ਅਸੀਂ ਉਸ ਅਕਾਲ ਪੁਰਖ ਦੇ ਨੇੜੇ ਹੋਈਏ, ਉਹਨੂੰ ਪ੍ਰੇਮ ਕਰੀਏ, ਉਹਦੇ ਗੁਣ ਗ੍ਰਹਿਣ ਕਰੀਏ, ਉਹਨੂੰ ਚੰਗੇ ਲੱਗੀਏ ਤੇ ਉਹਦੇ ਮਿਹਰ ਦੇ ਪਾਤਰ ਬਣੀਏ। ਪਰ ਅਸੀਂ ਕਰ ਕੁਝ ਹੋਰ ਰਹੇ ਹਾਂ। ਤਾਂ ਫਿਰ ਰਸਤਾ ਸਤਿਗੁਰੂ ਜੀ ਕਹਿੰਦੇ ਹਨ ਕੀ ਹੈ ਕਿ ਇੱਥੇ ਇਸ ਜਗਤ ਦੇ ਵਿੱਚ ਆ ਕੇ ਸਾਨੂੰ ਉਸ ਅਕਾਲ ਪੁਰਖ ਦੇ ਨਾਲ ਜੁੜਨ ਦੀ ਲੋੜ ਹੈ। ਜਿਉਂ-ਜਿਉਂ ਅਸੀਂ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਾਂਗੇ, ਉਹਦੇ ਨਾਮ ਦਾ ਸਿਮਰਨ ਕਰਾਂਗੇ, ਉਹ ਪ੍ਰੇਮ ਹੋਵੇਗਾ ਤੇ ਸਾਡੇ ਵਿੱਚ ਉਹ ਗੁਣ ਵੀ ਸੁਤੇ ਹੀ ਆਣੇ ਸ਼ੁਰੂ ਹੋ ਜਾਣਗੇ, ਜੋ ਇਸ ਜੀਵਨ ਨੂੰ ਚੰਗੀ ਤਰ੍ਹਾਂ ਬਿਤਾਉਣ ਲਈ ਸਾਨੂੰ ਅਕਾਲ ਪੁਰਖ ਦੇ ਗੁਣਾਂ ਦੇ ਖਜ਼ਾਨੇ ਤੋਂ ਪ੍ਰਾਪਤ ਹੋ ਕੇ ਜਿਹੜੇ ਗੁਣ ਪ੍ਰਾਪਤ ਹੁੰਦੇ ਹਨ, ਉਹ ਵੀ ਸਾਡੇ ਵਿੱਚ ਆਪਣੇ ਆਪ ਹੀ ਸੁਤੇ ਹੀ ਆ ਜਾਣਗੇ। ਉਹ ਆ ਜਾਣਗੇ ਤੇ ਸਾਨੂੰ ਉਸ ਦੇ ਹੁਕਮ ਦੀ ਵੀ ਸੋਝੀ ਹੋਵੇਗੀ
ਕਿ ਅਸੀਂ ਇਸ ਜਗਤ ਦੇ ਵਿੱਚ ਕਿਹਨਾਂ ਨਿਯਮਾਂ, ਕਿਹਨਾਂ ਤਰੀਕਿਆਂ ਦੇ ਨਾਲ ਅਸੀਂ ਆਪਣਾ ਜੀਵਨ ਜੀਣਾ ਹੈ। ਤੇ ਐਸਾ ਪ੍ਰੇਮ ਕਰਨ ਵਾਲੇ ਨੂੰ ਹੀ, ਉਹਦੇ ਹੁਕਮ ਵਿੱਚ ਚੱਲਣ ਵਾਲੇ ਨੂੰ ਹੀ, ਉਹਦੀ ਰਜ਼ਾ ਦੇ ਵਿੱਚ ਜੀਣ ਵਾਲੇ ਨੂੰ ਹੀ ਉਹ ਜੋ ਪ੍ਰਭੂ ਹੈ ਉਹ ਵੀ ਪ੍ਰੇਮ ਕਰਦਾ ਹੈ। ਤੇ ਇਹ ਕੁਦਰਤੀ ਗੱਲ ਹੈ ਕਿ ਮਿਹਰ ਦਾ ਜੋ ਖੰਡ ਹੈ, ਜਿਵੇਂ ਅਸੀਂ ਕੱਲ ਕਰਮ ਖੰਡ ਦੀ ਵਿਚਾਰ ਵੀ ਨਾਲ ਕੀਤੀ ਸੀ, ਕਿ ਅਕਾਲ ਪੁਰਖ ਦੀ ਮਿਹਰ ਹੀ ਉਸ ਤੇ ਹੋਏਗੀ ਜਿਹੜਾ ਉਸ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਦਾ ਹੈ। ਤਾਂ ਫਿਰ ਨਾਨਕ ਤੇ ਮੁਖ ਉਜਲੇ। ਤੋ ਜਿਨ੍ਹਾਂ ਨੇ ਨਾਮ ਤੇ ਆਇਆ, ਨਾਮ ਤੇ ਆ ਕੇ ਅਕਾਲ ਪੁਰਖ ਨਾਲ ਪ੍ਰੇਮ ਕੀਤਾ, ਉਹਦੇ ਹੁਕਮ ਦੀ ਸੋਝੀ ਪ੍ਰਾਪਤ ਕੀਤੀ ਤੇ ਗਏ ਮਸ਼ੱਕਤ ਘਾਲ, ਉਹਨਾਂ ਨੇ ਇਹ ਜੋ ਮਿਹਨਤ ਕੀਤੀ, ਇਹ ਜੋ ਘਾਲਣਾ ਘਾਲੀ ਤੇ ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਗਏ। ਉਹ ਜੋ ਐਸੇ ਵਿਅਕਤੀ ਹਨ, ਐਸੇ ਵਡਭਾਗੇ ਗੁਰਮੁਖ ਹਨ ਤੇ ਮੁਖ ਉਜਲੇ, ਉਹਨਾਂ ਦੇ ਮੁਖ ਉਜਲੇ ਹਨ। ਕਿਉਂਕਿ ਜਦੋਂ ਇਨਸਾਨ ਨੇ ਚੰਗੇ ਕੰਮ ਕੀਤੇ ਹੁੰਦੇ ਹਨ ਤਾਂ ਉਹਦਾ ਮੁਖ ਅਸੀਂ ਕਹਿੰਦੇ ਹਾਂ ਉਜਲਾ ਹੁੰਦਾ ਹੈ, ਔਰ ਹੁੰਦਾ ਵੀ ਉਜਲਾ ਹੀ ਹੈ, ਕਿਉਂਕਿ ਉਹਦੇ ਚਿਹਰੇ ਤੇ ਨੂਰ ਹੁੰਦਾ ਹੈ, ਉਹਦੀ ਗੱਲਬਾਤ ਦੇ ਵਿੱਚ ਪ੍ਰਸੰਨਤਾ ਹੁੰਦੀ ਹੈ, ਉਹਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ। ਸਤਿਗੁਰਾਂ ਨੇ ਜਿਵੇਂ ਅੱਗੇ ਵੀ ਕਿਹਾ ਹੈ ਕਿ ਨਾਨਕ ਭਗਤਾਂ ਸਦਾ ਵਿਗਾਸ, ਤੋਂ ਇਹ ਮੁਖ ਉਜਲੇ ਦੀ ਨਿਸ਼ਾਨੀ। ਔਰ ਫਿਰ ਸਿਰਫ ਉਹ ਆਪਣਾ ਆਪਣਾ ਹੀ ਮੁਖ ਉਜਲਾ ਨਹੀਂ ਉਸ ਦੀ ਦਰਗਾਹ ਦੇ ਵਿੱਚ ਕਰਦੇ, ਕੀਤੀ ਛੁੱਟੀ ਨਾਲ ਕਿ ਅਨੇਕਾਂ ਲੋਕ ਉਹਨਾਂ ਦੀ ਸੰਗਤ ਦਾ ਰੰਗ ਮਾਣ ਕੇ ਵੀ, ਉਹਨਾਂ ਦਾ ਸੰਗਤ ਦਾ ਰੰਗ ਜਦੋਂ ਉਹਨਾਂ ਦੇ ਉੱਤੇ ਚੜ੍ਹਦਾ ਹੈ, ਉਹ ਵੀ ਇਹਨਾਂ ਮਾਇਆ ਦੇ ਬੰਧਨਾਂ ਵਿੱਚੋਂ ਛੁੱਟ ਜਾਂਦੇ ਹਨ, ਮੁਕਤ ਹੋ ਜਾਂਦੇ ਹਨ ਤੇ ਉਸ ਅਕਾਲ ਪੁਰਖ ਨਾਲ ਜੁੜ ਜਾਂਦੇ। ਸੌਰੀ। ਤੋ ਸਤਿਗੁਰੂ ਜੀ ਨੇ ਸਾਨੂੰ ਇਹਨਾਂ 6 ਪੰਕਤੀਆਂ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਾ ਜੋ ਸਾਡਾ ਜੀਵਨ ਹੈ ਉਹਨੂੰ ਸਮਰਾਈਜ਼ ਕਰ ਦਿੱਤਾ ਹੈ ਕਿ ਅਸੀਂ ਕਿਸ ਖੇਡ ਵਿੱਚ ਮਗਨ ਨਹੀਂ ਹੋਣਾ, ਕਿਉਂਕਿ ਉਸ ਖੇਡ ਵਿੱਚ ਮਗਨ ਹੋਣ ਨਾਲ ਸਾਡਾ ਜੀਵਨ ਅਜਾਈ ਜਾਂਦਾ ਹੈ। ਤੇ ਕਿਸ ਖੇਡ ਦੇ ਵਿੱਚ ਮਗਨ ਹੋਣਾ ਹੈ, ਅੰਤ ਵਿੱਚ ਸਤਿਗੁਰਾਂ ਨੇ ਉਹ ਵੀ ਸਾਨੂੰ ਦੱਸ ਦਿੱਤਾ ਕਿ ਅਸੀਂ ਗੁਰੂ ਦੇ ਲੜ ਲੱਗ ਕੇ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਉਹਦੇ ਨਾਮ ਨੂੰ ਸਿਮਰਨਾ ਹੈ, ਔਰ ਨਾਮ ਸਿਮਰਨ ਦੀ ਬਰਕਤ ਦੇ ਨਾਲ ਆਪਣੇ ਜੀਵਨ ਨੂੰ ਉੱਚਾ ਪਵਿੱਤਰ ਬਣਾ ਕੇ, ਉਹਦੇ ਹੁਕਮ ਵਿੱਚ ਚੱਲ ਕੇ, ਉਹਦੇ ਹੁਕਮ ਦੀ ਸੋਝੀ ਪ੍ਰਾਪਤ ਕਰਕੇ ਤੇ ਉਹਦੇ ਹੁਕਮ ਵਿੱਚ ਚੱਲ ਕੇ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਉਹਦੀ ਮਿਹਰ ਦੇ ਪਾਤਰ ਬਣਨਾ ਹੈ। ਤੇ ਇਹੀ ਇੱਕ ਤਰੀਕਾ ਹੈ ਜੋ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਤੇ ਸਿਰਫ ਆਪ ਹੀ ਸਫਲ ਨਹੀਂ ਕਰ ਸਕਦੇ, ਜੇ ਅਸੀਂ ਵਾਕਈ ਇਸ ਦੇ ਉੱਤੇ ਅਮਲ ਕਰੀਏ ਤਾਂ ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਦੀ ਬਖਸ਼ਿਸ਼ ਐਸੀ ਹੁੰਦੀ ਹੈ ਕਿ ਉਹਨਾਂ ਦੀ ਸੰਗਤ ਦਾ ਹੀ ਰੰਗ ਐਸਾ ਹੋ ਜਾਂਦਾ ਹੈ, ਜਿਹੜੇ ਐਸੇ ਗੁਰਮੁਖ ਹੁੰਦੇ ਹਨ ਕਿ ਜਿਨ੍ਹਾਂ ਦੇ ਨਾਲ ਜੁੜ ਕੇ ਅਨੇਕਾਂ ਹੋਰ ਇਸ ਜਗਤ ਦੇ ਲੋਕ, ਇਸ ਜਗਤ ਦੇ ਵਿਅਕਤੀ, ਮਨੁੱਖ ਜਿਹੜੇ ਹਨ, ਜੀਵ ਹਨ, ਉਹ ਵੀ ਤਰ ਜਾਂਦੇ ਹਨ ਤੇ ਇਸ ਜਗਤ ਤੋਂ ਪਾਰ ਉਤਾਰਾ ਕਰ ਲੈਂਦੇ। ਤੋ ਇਹ ਜੋ ਸ਼ਲੋਕ ਹੈ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਸਿਰਫ ਅਸੀਂ ਜਪਜੀ ਸਾਹਿਬ ਦੇ ਅਖੀਰ ਤੇ ਨਹੀਂ ਪੜ੍ਹਦੇ, ਇਹ ਜਦੋਂ ਵੀ ਅਸੀਂ ਕਿਸੇ ਵੀ ਬਾਣੀ ਦਾ ਭੋਗ ਪਾਉਂਦੇ ਹਾਂ, ਰਾਗੀ ਕੀਰਤਨ ਦਾ ਭੋਗ ਪਾਉਣ ਲੱਗਦੇ ਹਨ, ਜਾਂ ਹੋਰ ਵੀ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਜਦੋਂ ਉਸ ਦੀ ਸਮਾਪਤੀ ਹੁੰਦੀ ਹੈ ਤਾਂ ਅਕਸਰ ਇਹ ਸ਼ਲੋਕ ਜਿਹੜਾ ਹੈ ਉਹ ਪੜ੍ਹਿਆ ਜਾਂਦਾ ਹੈ। ਔਰ ਇਹ ਇੱਕ ਸਾਡਾ ਇੱਕ, ਜਿਵੇਂ ਅਸੀਂ ਕਹਿ ਲਈਏ ਕਿ ਇੱਕ ਰਵਾਇਤ ਬਣ ਗਈ ਹੈ ਕਿ ਹਰ ਪ੍ਰੋਗਰਾਮ ਤੇ, ਹਰ ਬਾਣੀ ਦੇ ਅੰਤ ਉੱਤੇ ਅਸੀਂ ਇਹ ਸ਼ਲੋਕ ਪੜ੍ਹਦੇ ਹਾਂ। ਪਰ ਇਹ ਸ਼ਬਦ, ਇਹ ਜੋ ਸ਼ਲੋਕ ਹੈ, ਇਹ ਪੜ੍ਹਨਾ ਜਾਇਜ਼ ਵੀ ਹੈ। ਸਾਡੇ ਬਜ਼ੁਰਗਾਂ ਨੇ ਸ਼ਾਇਦ ਇਹ ਰਵਾਇਤ ਇਸੇ ਕਰਕੇ ਸ਼ੁਰੂ ਕੀਤੀ ਹੋਣੀ ਹੈ ਕਿਉਂਕਿ ਇੰਨੇ ਥੋੜ੍ਹੇ ਸ਼ਬਦਾਂ ਦੇ ਵਿੱਚ, ਇੰਨੀਆਂ ਥੋੜ੍ਹੀਆਂ ਪੰਕਤੀਆਂ ਦੇ ਵਿੱਚ ਜੀਵਨ ਦਾ ਜੋ ਤੱਤ ਸਾਰ ਹੈ ਉਹ ਮਿਲ ਜਾਂਦਾ ਹੈ, ਸੇਧ ਮਿਲ ਜਾਂਦੀ ਹੈ। ਪਰ ਇਹ ਸੇਧ ਮਿਲਦੀ ਤਾਂ ਹੀ ਹੈ ਜੇ ਅਸੀਂ ਪੜ੍ਹਨ ਲੱਗੇ ਹਾਂ ਇਸ ਸ਼ਲੋਕ ਨੂੰ, ਉਹਦੇ ਵਿੱਚ ਮਨ ਲਗਾ ਕੇ, ਇਹਦੇ ਅਰਥਾਂ ਨੂੰ ਸਮਝ ਕੇ ਤੇ ਇਹਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦਾ ਯਤਨ ਕਰੀਏ। ਸੋ ਅੱਜ ਦੇ ਵਿਚਾਰ ਦਾ ਕੇਵਲ ਇਹੀ ਮੰਤਵ ਸੀ ਕਿ ਇਹ ਜੋ ਸ਼ਲੋਕ ਅਸੀਂ ਬਾਰ-ਬਾਰ ਪੜ੍ਹਦੇ ਹਾਂ, ਇਹਦੇ ਜੋ ਸਤਿਗੁਰਾਂ ਨੇ ਸਾਨੂੰ ਸੇਧ ਦਿੱਤੀ ਹੈ, ਉਹਦੇ ਬਾਰੇ ਅਸੀਂ ਕੁਝ ਜਾਣਕਾਰੀ ਪ੍ਰਾਪਤ ਕਰੀਏ। ਤੇ ਪੂਰੀ ਜਾਣਕਾਰੀ ਤਾਂ ਨਹੀਂ ਹੈ, ਮੈਂ ਜਿਵੇਂ ਕੱਲ ਕਿਹਾ ਸੀ ਕਿ ਕੇਵਲ ਅੱਧੀ ਅਧੂਰੀ ਜਾਣਕਾਰੀ ਹੀ ਹੈ, ਕਿਉਂਕਿ ਜਿਉਂ-ਜਿਉਂ ਅਸੀਂ ਅਮਲ ਕਰਾਂਗੇ ਤੇ ਇਹਦੇ ਅਸਲ ਅਰਥ ਤੇ ਸਾਨੂੰ ਤਾਂ ਹੀ ਸਮਝ ਆਉਣਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪ ਬਾਣੀ ਜੋ ਅਸੀਂ ਆਰੰਭ ਕੀਤੀ ਸੀ, ਗੁਰੂ ਜੀ ਦੀ ਅਪਾਰ ਕਿਰਪਾ ਨਾਲ
ਬਖਸ਼ਿਸ਼ ਦੇ ਨਾਲ ਉਹਦੀ ਸਮਾਪਤੀ ਹੋਈ ਹੈ। ਜਪ ਬਾਣੀ ਦੇ ਜੋ ਵਿਚਾਰ ਆਪ ਜੀ ਨੇ ਸਰਵਣ ਕੀਤੇ ਹਨ, ਉਹਦਾ ਤੱਤਸਾਰ ਅੱਜ ਦੇ ਸ਼ਲੋਕ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਰੱਖਿਆ। ਜੋ ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਦਾ ਮਾਝ ਕੀ ਵਾਰ ਦੇ ਨਾਲ ਹੈ, ਉਹਦੇ ਭਿੰਨਤਾ ਹੈ, ਉਹਦੇ 3-4 ਭੇਦ ਹਨ। ਉਹਦੇ ਵਿੱਚ ਜੋ ਵੀਰ ਜੀ ਨੇ ਸ਼ਾਇਦ ਬਿਆਨ ਨਹੀਂ ਕੀਤੇ, ਐਵੇਂ ਭੁਲੇਖਾ ਨਾ ਸਾਨੂੰ ਲੱਗ ਜਾਏ। ਹਾਂ, ਆਪ ਦੱਸ ਦਿਓ ਜੀ, ਇਹ ਰਹਿ ਗਏ ਮੇਰੇ। ਹਾਂਜੀ, ਉਹਦੇ 'ਚ ਇੱਕ ਲਫ਼ਜ਼ ਪੌਣ, ਪਵਨ ਦੀ ਥਾਂ ਤੇ ਲਫ਼ਜ਼ ਪੌਣ, ਗੁਰੂ ਪਾਣੀ ਪਿਤਾ ਆਉਂਦਾ ਹੈ। ਦਿਵਸ ਦੀ ਥਾਂ ਤੇ ਉੱਥੇ ਦਿਨਸ ਲਫ਼ਜ਼ ਹੈ। ਜਿੱਥੇ ਇੱਥੇ ਵਾਚਿਆ ਹੈ ਉੱਥੇ ਵਾਚੇ ਹੈ, ਤੇ ਨਾਲ ਨਾਨਕ ਤੇ ਮਖੂਜਲੇ ਹੋਰ ਕੀਤੀ ਛੁੱਟੀ ਨਾਲ। ਇਹ ਤਕਰੀਬਨ 4 ਭੇਦ ਹਨ ਜਿਹੜੇ ਉਸ ਲੋਕ ਦੇ ਵਿੱਚ ਦਰਜ ਕੀਤੇ ਗਏ ਹਨ। ਕੋਈ ਗੱਲ ਵੈਸੇ ਹੀ ਨਿਰਮੂਲ ਹੋ ਜਾਂਦੀ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਨੇ ਜਾਂ ਗੁਰੂ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਇਸ ਤਰ੍ਹਾਂ ਰਚਿਆ ਹੋਵੇ। ਜਿਹੜੇ ਵਿਦਵਾਨਾਂ ਨੇ ਇਹ ਵੀ ਰਾਏ ਦਿੱਤੀ ਹੈ ਕਿ ਇਸ ਬਾਣੀ ਦੀਆਂ 40 ਪੌੜੀਆਂ ਸਨ। ਕੁਛ ਵਿਦਵਾਨ JB ਸਿੰਘ ਜੀ ਜਿਹੜੇ ਵੱਡੇ ਵਿਦਵਾਨ ਵੀ ਹਨ, ਉਹਨਾਂ ਨੇ ਵੀ ਇਹ ਗੱਲ ਲਿਖੀ ਹੈ, ਪਰ ਇਹ ਗੱਲ ਠੀਕ ਨਹੀਂ ਜਾਪਦੀ ਔਰ ਨਾ ਹੀ ਠੀਕ ਭਾਸਦੀ ਹੈ। ਅਸਲ ਵਿੱਚ 38 ਪੌੜੀਆਂ ਦੇ 2 ਸ਼ਲੋਕ ਕਰਕੇ ਸ਼ਾਇਦ ਇਹਦੀ ਗਿਣਤੀ 40 ਕਰ ਲਈ ਹੋਵੇ। ਡਾਕਟਰ JB ਸਿੰਘ ਜੀ ਵੀ ਜੋ ਵਿਦਵਾਨ ਹਨ, ਲੇਕਿਨ ਉਹਨਾਂ ਦੀ ਇਹ ਗੱਲ ਵੀ ਕੋਈ ਠੀਕ ਨਹੀਂ ਜਾਪਦੀ। ਤੋ ਗੁਰੂ ਪਾਤਸ਼ਾਹ ਜੀ ਨੇ ਜੋ ਸਿਧਾਂਤਕ ਸਾਡੇ ਸਾਹਮਣੇ ਰੱਖਿਆ, ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਸ਼ਲੋਕ ਦੇ ਵਿੱਚ ਕਈ ਵਾਰੀ ਸਾਡੇ ਅੰਦਰ ਭੁਲੇਖੇ ਖੜੇ ਹੋ ਜਾਂਦੇ ਨੇ ਕਿ ਅਸੀਂ ਪਾਣੀ ਕਿੱਦਾਂ ਗੁਰੂ ਹੋ ਗਿਆ, ਜਾਂ ਸਾਡੇ ਲਈ ਧਰਤੀ ਕਿੱਦਾਂ ਮਾਂ ਹੋ ਗਈ, ਅਸੀਂ ਧਰਤੀ ਮਾਂ ਦੀ ਪੂਜਾ ਕਰਨੀ ਹੈ। ਜਿੱਦਾਂ ਲੋਕ ਧਰਤੀ ਭੂਮੀ ਦੀ ਪੂਜਾ ਕਰਨੀ ਹੈ, ਫਿਰ ਭੂਮੀ ਦੀ ਪੂਜਾ ਕਰਨੀ ਚਾਹੀਦੀ ਹੈ, ਧਰਤੀ ਮਾਤਾ ਹੈ ਤਾਂ। ਇਹ ਭੁਲੇਖੇ ਹਨ ਜੋ ਅੱਜ ਪਾਏ ਜਾਂਦੇ ਨੇ। ਇਹਦੇ ਸਮਝਣ ਦੇ ਲਈ ਜੋ ਵਿਚਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਇੱਕ ਪੌੜੀ ਦੇ ਵਿੱਚ ਦਿੱਤੇ ਹਨ, ਉਹਨੂੰ ਵੀ ਇੱਕ ਜੇ ਆਪਾਂ ਵਿਚਾਰ ਲਈਏ ਤੇ ਇਹ ਸ਼ੰਕੇ ਸਾਡੇ ਸਾਰੇ ਦੂਰ ਹੋ ਜਾਣਗੇ। ਉਹਨਾਂ ਨੇ 6ਵੀਂ ਵਾਰ ਦੀ 5ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਇਸ ਸ਼ਲੋਕ ਦੀ ਵਿਆਖਿਆ ਕੀਤੀ ਹੈ। ਪੌਣ ਗੁਰੂ ਗੁਰ ਸ਼ਬਦ ਹੈ। ਜੇ ਅਸੀਂ ਉਹਨੂੰ ਪੜ੍ਹੀਏ ਤੇ ਵਾਹਿਗੁਰੂ ਗੁਰ ਸ਼ਬਦ ਸੁਨਾਇਆ, ਪਾਣੀ ਪਿਤਾ ਪਵਿੱਤ ਕਰ, ਗੁਰਮੁਖ ਪੰਥ ਨਿਵਾਨ ਚਲਾਇਆ। ਹੁਣ ਇੱਕ ਇੱਕ ਦੀ ਵਿਆਖਿਆ ਭਾਈ ਸਾਹਿਬ ਜੀ ਨੇ ਆਪ ਕੀਤੀ ਹੋਈ ਹੈ। ਸਕਰੀਨ ਤੇ ਆਪ ਜੀ ਦੇ ਵਾਰ ਸਾਹਮਣੇ ਹੈ। ਧਰਤੀ ਮਾਤ ਮਹਿਤ ਕਰ, ਓਤ ਪੋਤ ਸੰਜੋਗ ਬਣਾਇਆ। ਤੋਂ ਮੈਂ ਜੋ ਮੇਰੀ ਸਮਝ ਵਿੱਚ ਆਉਂਦੀ ਹੈ ਗੱਲ, ਹੋਰ ਕੁਛ ਇਹਦੇ ਬਾਰੇ 'ਚ ਸਿੱਧ ਗੋਸ਼ਟ ਦੀ ਵਿਚਾਰ ਕਰਦਿਆਂ ਵੀ ਮੈਂ ਗੱਲ ਕੀਤੀ ਸੀ ਆਪ ਜੀ ਦੇ ਨਾਲ ਸਾਂਝੀ। ਜੇ ਆਪ ਜੀ ਨੇ ਸਭ ਯਾਦ ਹੋਵੇ ਥੋੜ੍ਹਾ ਬਹੁਤਾ, ਜੇ ਅਸੀਂ ਵਿਚਾਰ ਸਿੱਧ ਗੋਸ਼ਟ ਦੀ ਤੋਂ ਥੋੜ੍ਹੀ ਜਿਹੀ ਦਿਮਾਗ ਸਾਡੇ ਘੁੰਮਦੀ ਹੋਵੇ ਵੀ ਪਵਨ ਕੀ ਚੀਜ਼ ਹੈ, ਹਵਾ ਜਿਹਨੂੰ ਹਵਾ ਕੀ ਚੀਜ਼ ਹੈ। ਕੋਈ ਵੀ ਬੋਲ ਜਿਹੜਾ ਸ਼ਬਦ ਹੈ ਉਦੋਂ ਤੱਕ ਸ਼ਬਦ ਨਹੀਂ ਬਣਦਾ ਜਦ ਤੱਕ ਉਹ ਹਵਾ ਦੇ ਨਾਲ ਬੋਲਿਆ ਨਹੀਂ ਜਾਂਦਾ। ਸਾਡੇ ਮੂੰਹ ਦੇ ਵਿੱਚੋਂ ਬੋਲਿਆ ਜਾਵੇ ਤਾਂ ਹੀ ਉਹਨੂੰ ਸ਼ਬਦ ਕਿਹਾ ਜਾਂਦਾ। ਬੋਲ ਜਿਹੜੇ ਹਨ ਉਹਨੂੰ ਪਵਨ ਕਿਹਾ ਜਾਂਦਾ ਹੈ। ਪਵਨ ਚੋਂ ਬੋਲ ਪੈ, ਚਾਹੇ ਕਹਿ ਲਈਏ ਕਿ ਬਿਨਾਂ ਪਵਨ ਤੋਂ ਬੋਲ ਜਿਹੜਾ ਨਹੀਂ ਆ ਸਕਦਾ। ਸਾਡੇ ਅੰਦਰ ਜਿੰਨੇ ਮਰਜ਼ੀ ਵਿਚਾਰ ਹੋਣ, ਜਦ ਤੱਕ ਅਸੀਂ ਉਹਨੂੰ ਬੋਲਦੇ ਨਹੀਂ ਹੈ ਉਨੀ ਦੇਰ ਤੱਕ ਸ਼ਬਦਾਂ ਦੇ ਰੂਪ ਵਿੱਚ ਪ੍ਰਗਟ ਨਹੀਂ ਹੁੰਦਾ। ਤਾਂ ਇਹ ਸ਼ਬਦ ਦੀ ਜਿਹੜੀ ਵਿਆਖਿਆ ਭਾਈ ਗੁਰਦਾਸ ਜੀ ਨੇ ਵੀ ਕੀਤੀ ਹੈ, ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਤੋ ਸ਼ਬਦ ਨੂੰ ਗੁਰੂ ਪਾਤਸ਼ਾਹ ਜੀ ਨੇ ਉਪਾਧੀ ਦੇ ਕੇ ਬਖਸ਼ਿਸ਼ ਕਰਕੇ ਇਸ ਜਗਤ ਨੂੰ ਕਿਹਾ, ਇਸ ਜਗਤ ਲਈ ਇਹ ਗੱਲ ਸਮਝਾ ਦਿੱਤੀ ਵੀ ਜੀਵਨ ਦੀ ਖੇਡ ਖੇਡਣੀ ਹੈ। ਜਿਹੜਾ ਸ਼ਲੋਕ ਆਪਾਂ ਪੜ੍ਹਦੇ ਹਾਂ ਨਾ, ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗ, ਚੰਗੀਆਂ ਬੁਰਾਈਆਂ ਵਾਚਾ ਧਰਮ ਦੂਤ। ਉਹ ਵਾਚਦਾ ਹੈ ਵੀ ਕਿਹੋ ਜਿਹੀ ਖੇਡ ਅਸੀਂ ਖੇਡ ਰਹੇ ਹਾਂ। ਇਹ ਨਾ ਗੁਨਾਹ ਵਾਲੀ ਖੇਡ ਅਸੀਂ ਖੇਡ ਰਹੇ ਹਾਂ ਕਿ ਸਾਡੇ ਅੰਦਰ ਗੁਣ ਹਨ, ਧਰਤੀ ਵਰਗਾ ਜਿਗਰਾ ਸਾਡਾ ਹੈ, ਕਿ ਸਾਡਾ ਪਾਣੀ ਵਾਂਗੂ ਸਾਨੂੰ ਨੀਵੀਂ ਚੱਲਣ ਦਾ ਸੁਭਾਅ ਆ ਗਿਆ। ਗੁਣ ਹਨ ਇਹਨਾਂ ਦੇ ਵਿੱਚ। ਇਹ ਵਾਚਿਆ ਜਾ ਰਿਹਾ, ਸਾਡੇ ਜੀਵਨ ਦੀ ਖੇਡ ਨੂੰ ਵਾਚੀ ਜਾ ਰਹੀ ਹੈ। ਤੋ ਇਹ ਜਿਹੜੀ ਚੀਜ਼ ਨੂੰ ਸਾਡੀ, ਜੇ ਇਸ ਵਾਰ ਜਿਹੜੇ ਆ ਭਾਈ ਗੁਰਦਾਸ ਜੀ ਨੇ ਵਾਰ ਵਿੱਚ ਜ਼ਿਕਰ ਕੀਤਾ, ਇਹਨੂੰ ਆਪਾਂ ਪੜ੍ਹ ਲਈਏ, ਸਾਡੇ ਸਾਹਮਣੇ ਇਹਦੇ ਅਰਥ ਸਾਨੂੰ ਆਪਣੇ ਆਪ ਹੀ ਸਮਝ ਆ ਜਾਣਗੇ ਵੀ ਜੀਵਨ ਦੀ ਖੇਡ ਖੇਡਣ ਲਈ ਭਲਿਆ ਸ਼ਬਦ ਨੂੰ ਜ਼ਿੰਦਗੀ ਦਾ ਆਧਾਰ ਬਣਾ, ਆਪਣੇ ਲਈ ਪਿਤਾ ਵਾਂਗੂ ਪਾਣੀ ਵਾਂਗੂ ਨਿਭ ਚੱਲਣ ਦਾ ਸੁਭਾਅ ਤੇਰੇ ਅੰਦਰ ਆਵੇ। ਫਿਰ ਧਰਤੀ ਦੇ ਵਾਂਗੂ ਵਿਸ਼ਾਲ ਹਿਰਦਾ ਜਿਵੇਂ ਮਾਂ ਦਾ ਹੁੰਦਾ, ਉਹੋ ਜਿਹਾ ਹਿਰਦਾ ਰੱਖ, ਇਹਦੇ ਗੱਲਾਂ ਸਮਾ,
ਲੋਕਾਂ ਦਾ ਉੱਚਾ ਬੋਲਣਾ, ਕੌੜਾ ਬੋਲਣਾ, ਉਹ ਸਹਿਣਾ ਸਿੱਖ। ਇਹ ਸਾਰਾ ਕੁਝ ਧਰਤੀ ਦਾ ਜਿਗਰਾ ਜਿਹੜਾ ਇੰਨਾ ਵਿਸ਼ਾਲ ਹੁੰਦਾ, ਹਰ ਚੀਜ਼ ਆਪਣੇ ਅੰਦਰ ਸਮਾ ਲੈਂਦੀ ਹੈ। ਮਨੁੱਖ ਦੇ ਜੇ ਧਰਮੀ ਬੰਦਾ, ਇਹ ਸਾਰੇ ਪਰਮੇਸ਼ਰ ਦੇ ਦਰ ਤੇ ਹੁਕਮ ਰਜਾਈ, ਹੁਕਮੀ ਬੰਦਾ ਬਣਨ ਲਈ ਇਹ ਜਿਗਰਾ ਐਡਾ ਵਿਸ਼ਾਲ ਹੋਣਾ ਕਰਨਾ ਪਏਗਾ। ਧਰਤੀ ਵਾਂਗੂ ਸਾਨੂੰ ਆਪਣੇ ਆਪ ਨੂੰ ਵਿਸ਼ਾਲਤਾ ਰੱਖਣੀ ਪਏਗੀ। ਪਾਣੀ ਵਾਂਗੂ ਨਿਉ ਚੱਲਣ ਦਾ ਸੁਭਾਅ ਆਉਣਾ ਪਏਗਾ। ਪਾਣੀ ਦਾ ਕੋਈ ਰੰਗ ਨਹੀਂ ਹੈ, ਪਾਣੀ ਦੇ ਵਿੱਚ ਜਿਹੜਾ ਰੰਗ ਪਾਓ ਰੰਗ ਕਬੂਲਦਾ ਹੈ। ਤੇ ਇਹ ਗੁਣ ਹਨ ਪਾਣੀ ਦੇ ਨਿਉ ਚੱਲਣ ਦੇ, ਜਿਹੜੇ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਵੀ ਦੇਖੋ, ਪਾਣੀ ਪਿਤਾ ਪਵਿੱਤ ਕਰ ਗੁਰਮੁਖ ਪੰਥ ਨਿਵਾਨ ਚਲਾਇਆ। ਇਹ ਨਿਵ ਚੱਲਣ ਦੀ ਗੱਲ ਸੀ ਵੀ ਜਿਉਣਾ ਸਿੱਖ, ਜਿਹੜਾ ਸਾਰੀ ਗੁਰਬਾਣੀ ਨੇ ਇਹ ਸਾਨੂੰ ਗੱਲ ਸਮਝਾ ਦਿੱਤੀ। ਹੰਕਾਰ ਨਾਲ ਭਰਿਆ ਹੋਇਆ ਕਦੀ ਵੀ ਧਰਮ ਦੇ ਮਾਰਗ ਤੇ ਨਹੀਂ ਚੱਲ ਸਕਦਾ, ਜਦ ਤੱਕ ਨਿਵ ਚੱਲਣ ਦਾ ਸੁਭਾਅ ਸਾਡੇ ਅੰਦਰ ਨਹੀਂ ਬਣਦਾ। ਨਿਵਨ ਸੁਖਰ ਖਵਨ ਗੁਣ ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਇਹ ਗੁਰੂ ਪਾਤਸ਼ਾਹ ਨੇ ਸਾਨੂੰ ਜੁਗਤੀ ਦੱਸੀ ਹੈ। ਹੁਣ ਪਰਮੇਸ਼ਰ ਦੇ ਸਾਰੇ ਇਹ ਗੱਲਾਂ ਦੇਖਦਾ ਹੈ, ਸਾਨੂੰ ਸੰਸਾਰ ਦੇ ਵਿੱਚ ਭੇਜ ਕੇ ਇਹ ਦੇ ਕੇ ਚੀਜ਼ਾਂ, ਸਾਰੀਆਂ ਚੀਜ਼ਾਂ ਉਹਨੇ ਸਾਡੇ ਕੋਲ ਸਾਧਨ ਬਣਾ ਕੇ ਸਾਨੂੰ ਸਭ ਕੁਝ ਦੇ ਕੇ ਦੇਖਦਾ ਵੀ ਕੀ ਇਹ ਇਹਨਾਂ ਦੇ ਗੁਣਾਂ ਨੂੰ ਧਾਰਨ ਕੀਤਾ, ਕਿ ਇਹਨੇ ਨਿਵ ਚੱਲਣ ਦਾ ਸੁਭਾਅ ਸਿੱਖ ਲਿਆ, ਕਿ ਇਹਨੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ, ਕਿ ਹੋਰ ਪਾਸੇ ਤੁਰਿਆ ਫਿਰਦਾ, ਕਿ ਧਰਤੀ ਵਾਂਗੂ ਇਹਨੇ ਵਿਸ਼ਾਲ ਹਿਰਦਾ ਆਪਣਾ ਕਰ ਲਿਆ। ਜੇ ਹੁਕਮੀ ਬੰਦਾ ਬਣਨਾ ਤਾਂ ਇਹ ਗੁਣ ਧਾਰਨ ਕਰਨੇ ਪੈਣਗੇ, ਕਿਉਂਕਿ ਗੁਰੂ ਸਾਹਿਬ ਜੀ ਨੇ ਇੱਥੇ ਹੁਕਮ ਰਚਾਈ ਚੱਲਣ ਦੀ ਗੱਲ ਕੀਤੀ ਹੈ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਨਾਲ ਮਿਲਣਾ ਹੈ ਤਾਂ ਫਿਰ ਇਹ ਗੁਣਾਂ ਤੋਂ ਬਿਨਾਂ ਨਹੀਂ ਮਿਲਿਆ ਜਾਣਾ। ਜਿਹੜੇ ਗੁਣ ਗੁਰੂ ਪਾਤਸ਼ਾਹ ਜੀ ਨੇ ਬਿਆਨ ਕੀਤੇ ਤਤਸਾਰ ਹੈ, ਸਾਰੀ ਇਸ ਸ਼ਲੋਕ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਤਤਸਾਰ ਦਿੱਤਾ। ਤਾਂ ਗੁਰੂ ਜੀ ਦੇ ਜੋ ਇਹ ਸ਼ਲੋਕ ਦੂਜਾ ਸਾਡੇ ਸਾਹਮਣੇ ਰੱਖਿਆ, ਇਹਨੂੰ ਵਿਚਾਰ ਕੇ ਅਸੀਂ ਜਦੋਂ ਸੋਚਦੇ ਹਾਂ ਤਾਂ ਬੜਾ ਡੂੰਘੇ ਵਿਚਾਰ ਹਨ। ਤਾਂ ਸਤਿਗੁਰੂ ਜੀ ਜੇ ਅਸੀਂ ਕਹੀਏ ਪ੍ਰਭੂ ਨੇ ਵੀ ਜਦੋਂ ਬੋਲਿਆ ਕੀਤਾ ਵਸਾਓ, ਇੱਕੋ ਕਵਾਓ, ਇੱਕੋ ਬੋਲ ਦੇ ਨਾਲ, ਇੱਕ ਸ਼ਬਦ ਦੇ ਨਾਲ ਉਹਨੇ ਧਰਤੀ ਰਚ ਦਿੱਤੀ ਸਾਰੀ। ਸਾਰਾ ਪਸਾਰਾ ਉਹਨੇ ਇੱਕ ਬੋਲ ਦੇ ਨਾਲ, ਬੋਲ ਕੀ ਹੈ ਉਹਦਾ ਜਿਹੜਾ ਪਸਾਰਾ ਉਹਨੇ ਕਿੱਥੋਂ ਕੀਤਾ, ਇੱਕ ਬੋਲ ਦੇ ਨਾਲ ਕੀਤਾ। ਤੇ ਇਹ ਸਾਚੇ ਤੇ ਪਵਨਾ ਪਿਆਰ ਦੀ ਗੱਲ ਵੀ ਕੀਤੀ ਗੁਰੂ ਪਾਤਸ਼ਾਹ ਜੀ ਨੇ, ਫਿਰ ਪਵਨੇ ਤੇ ਜਲ ਹੋਏ ਦੀ ਗੱਲ ਵੀ ਕੀਤੀ। ਧਰਤੀ ਨੂੰ ਇਸ ਕਰਕੇ ਮਾਂ ਕਿਹਾ ਵੀ ਹਿਰਦਾ ਬੜਾ ਵਿਸ਼ਾਲ ਹੈ। ਧਰਤੀ ਜੋ ਮਨੁੱਖ ਨੂੰ ਹਰ ਚੀਜ਼ ਪ੍ਰਵਾਨ ਕਰਦੀ, ਧਰਤੀ ਰੋਜ਼ੀ ਵੀ ਦਿੰਦੀ ਹੈ, ਰਿਹਾਇਸ਼ ਵੀ ਦਿੰਦੀ ਹੈ। ਕਿੰਨਾ ਵਿਸ਼ਾਲ ਹਿਰਦਾ ਹੈ। ਦੇਖੋ, ਧਰਤੀ ਚੋਂ ਫਸਲ ਪੈਦਾ ਹੋਏਗੀ, ਰੋਜ਼ੀ ਹੈ, ਹਰ ਬੰਦੇ ਨੂੰ ਰੋਜ਼ੀ ਦਾ ਸਾਧਨ ਕਰਾਉਣ ਵਾਲਾ ਪਰਮੇਸ਼ਰ ਹੈ। ਲੇਕਿਨ ਧਰਤੀ ਐਡੀ ਵੱਡੀ ਹੈ ਕਿ ਉਹਦੇ 'ਚ ਪਾਇਆ ਹੋਇਆ ਬੀਜ ਜਦੋਂ ਉੱਗਦਾ ਤਾਂ ਹਰ ਬੰਦਾ ਨੂੰ ਖਾਂਦਾ, ਆਦਾ ਸੁੱਖ ਮੰਨਦਾ, ਫਲ ਸਬਜ਼ੀਆਂ ਹਰ ਚੀਜ਼ ਇਹ ਧਰਤੀ ਦੀ ਕੁੱਖ ਚੋਂ ਪੈਦਾ ਹੁੰਦੀਆਂ ਨੇ। ਐਡਾ ਵੱਡਾ ਵਿਸ਼ਾਲ ਹੈ, ਵੀ ਖੁੱਲਾ ਦਿਲ ਹੈ, ਖੁੱਲੇ ਦਿਲ ਵਾਲਾ ਬਣ। ਧਰਤੀ ਸਭ ਨੂੰ ਬਣ ਦਿੰਦੀ ਹੈ। ਮਾਤਾ ਜਿਵੇਂ ਆਪਣੇ ਬੱਚਿਆਂ ਦੇ ਵਿੱਚ ਬਰਾਬਰ ਦਾ ਜੇ ਹੁੰਦਾ ਨਾ, ਮਾਤਾ ਦਾ ਰੋਲ ਕੀ ਹੈ? ਮਾਤਾ ਦਾ ਰੋਲ ਇਹ ਹੈ ਵੀ ਉਹਦੇ ਅੰਦਰ ਕੋਈ ਵਿਤਕਰਾ ਨਹੀਂ ਹੁੰਦਾ, ਭਾਵੇਂ ਕੋਈ ਆਖੇ ਲੱਗਦਾ, ਭਾਵੇਂ ਨਹੀਂ ਲੱਗਦਾ, ਭਾਵੇਂ ਉਹਦੇ ਹੁਕਮ 'ਚ ਚੱਲਦਾ, ਕੋਈ ਨਹੀਂ ਚੱਲਦਾ, ਕੋਈ ਮੰਨਦਾ ਜਾਂ ਨਹੀਂ ਮੰਨਦਾ, ਲੇਕਿਨ ਮਾਂ ਵਿਤਕਰਾ ਨਹੀਂ ਕਰਦੀ। ਤਾਂ ਗੁਰੂ ਸਾਹਿਬ ਜੀ ਨੇ ਇਹਨਾਂ ਦੇ ਤਸ਼ਬੀਹ ਜਿਹੀ ਦੇ ਕੇ ਸਾਨੂੰ ਇਹ ਗੱਲਾਂ ਸਮਝਾਈਆਂ ਨੇ। ਭਲਿਆ ਅਗਰ ਧਰਮੀ ਬਣਨਾ ਹੈ, ਜੇ ਮਾਲਕ ਦੇ ਦਰ ਤੇ ਕਬੂਲ ਹੋਣਾ ਹੈ, ਜੋ ਸੱਚਮੁੱਚ ਹੁਕਮੀ ਬੰਦਾ ਬਣ ਕੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਦੀ ਗੱਲ ਵਿੱਚ ਪਹੁੰਚਣਾ ਹੈ, ਤਾਂ ਫਿਰ ਇਹ ਜ਼ਿੰਦਗੀ ਇਹੋ ਜਿਹੀ ਬਣਾਉਣੀ ਪਏਗੀ। ਕਿਉਂਕਿ ਪਰਮੇਸ਼ਰ ਤੇਰਾ ਕੰਮ ਸਭ ਕੁਝ ਦੇਖਦਾ ਹੈ। ਤੈਨੂੰ ਬਣਾ ਕੇ ਸੁੱਟ ਨਹੀਂ ਦਿੱਤਾ, ਉਹਨੇ ਖਾਲੀ ਨਹੀਂ ਛੱਡ ਦਿੱਤਾ, ਤੇਰੇ ਉੱਤੇ ਕੁੰਡਾ ਰੱਖਿਆ ਹੋਇਆ। ਉਸ ਮਾਲਕ ਨੇ ਤੇਰੇ ਉੱਤੇ ਆਪਣਾ ਕੁੰਡਾ ਰੱਖਿਆ। ਤਾਂ ਗੁਰੂ ਸਾਹਿਬ ਕਹਿੰਦੇ ਨੇ ਵੀ ਇਸ ਜਗਤ ਦੀ ਖੇਡ ਵਿੱਚ ਜਿਹੜੇ ਜੀਵ ਫਸ ਗਏ ਉਹ ਰੱਬ ਤੋਂ ਦੂਰ ਹੋ ਗਏ। ਹੁਣ ਉਹ ਤਾਂ ਦੇਖਦਾ ਹੈ, ਜਿਹੜੇ ਧਰਮ ਦੀ ਕਿਰਤ ਕਰਦੇ ਨੇ, ਨਾਮ ਜਪਦੇ ਨੇ, ਵੰਡ ਛਕਦੇ ਨੇ, ਇਹ ਗੁਣ ਧਾਰਨ ਕਰਦੇ ਨੇ, ਆਪਣੀ ਸ਼ੁਭ ਕਰਨੀ ਕਹਿੰਦੇ ਨੇ, ਪਰਮੇਸ਼ਰ ਦੇ ਨੇੜੇ ਹੋ ਗਏ। ਅਸਲ ਵਿੱਚ ਆਪਣੀ ਕਰਨੀ ਹੀ ਨਰਕ ਹਨ ਤੇ ਆਪਣੀ ਕਰਨੀ ਹੀ ਸਵਰਗ ਹੈ। ਹੁਣ ਨਰਕ ਸਵਰਗ ਦੀ ਇੱਥੇ ਉਹ ਫਿਲਾਸਫੀ ਨਹੀਂ ਹੈ ਜੋ ਬ੍ਰਾਹਮਣਵਾਦ ਨੇ ਜਾਂ ਦੂਜੇ ਨੇ ਸਾਡੇ ਸਾਹਮਣੇ ਰੱਖੀ ਹੈ। ਸਾਡੀ ਕਰਨੀ ਹੈ, ਜੋ ਅਸੀਂ ਕਰਦੇ ਹਾਂ ਇਹੋ ਹੀ ਨਰਕ ਨੇ, ਇਹੋ ਹੀ ਸਾਡਾ ਸਵਰਗ ਹੈ। ਜੇ ਜੀਵਨ ਵਿੱਚ ਰੱਬੀ ਨੇੜਤਾ ਪ੍ਰਾਪਤ ਹੋਈ ਤਾਂ ਉਹ ਸਵਰਗ ਹੈ। ਸੱਚਮੁੱਚ ਜੇ ਰੱਬ ਤੋਂ ਵਿਛੜ ਗਏ, ਦੂਰ ਹੋ ਗਏ, ਰੱਬ ਨਜ਼ਰ ਹੀ ਨਾ ਆਇਆ, ਤੇ ਫਿਰ ਨਰਕ ਹੈ। ਤਾਂ ਨਾਮ ਦੇ ਰੰਗ ਵਿੱਚ ਜਿਹੜੇ ਰੰਗੇ ਜਾਂਦੇ ਆ, ਜੀਵਨ ਦੀ ਬਾਜੀ ਜਿਹੜੇ ਜਿੱਤ ਜਾਂਦੇ ਨੇ, ਉਹ ਜਦੋਂ ਜਾਂਦੇ ਆ ਸਰੀਰਕ ਚੋਲਾ ਛੱਡਦੇ ਆ, ਤੇ ਉਹਨੂੰ ਗੁਰੂ ਸਾਹਿਬ ਕਹਿੰਦੇ ਜਿਨੀ ਨਾਮ ਤੇ ਆਇਆ ਜੇ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
ਤੇ ਉਹਨਾਂ ਦਾ ਮੁੱਖ ਉਜਲਾ ਹੈ। ਤੇ ਗੁਰੂ ਸੀ ਇਹ ਹੁਕਮ ਰਜਾਈ ਚੱਲਣ ਦੀ ਜਾਚ ਜਿਹਨੇ ਸਿੱਖ ਲਈ, ਹੁਕਮੀ ਬੰਦਾ ਬਣ ਗਿਆ, ਉਹੀ ਪਿਆਰੇ ਦੀ ਪਦਵੀ ਤੇ ਪਹੁੰਚਦਾ ਹੈ ਤੇ ਉਹੀ ਦਰ ਤੇ ਕਬੂਲ ਹੁੰਦਾ ਹੈ। ਤੇ ਸਾਰੀ ਸਪੀਡ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਅੱਜ ਜਪ ਬਾਣੀ ਦੇ ਵਿੱਚ ਇਹ ਸਾਰੀ ਸਮਝਾਈ ਹੈ। ਬਹੁਤ ਵਧੀਆ ਵਿਚਾਰ ਵੀਰ ਜੀ ਨੇ, ਪ੍ਰਭ ਕੀਰਤਨ ਸਿੰਘ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਬੜੀ ਡੀਪ ਵਿਚਾਰ ਸਾਨੂੰ ਸਮਝਾਈਆਂ ਔਰ ਬੜੀ ਤਿਆਰੀ ਕਰਕੇ ਇਹ ਵਿਚਾਰਾਂ ਉਹਨਾਂ ਸਾਡੇ ਨਾਲ ਸਾਂਝੀ ਕੀਤੀਆਂ। ਫਿਰ ਵੀ ਮੈਂ ਬੇਨਤੀ ਕਰ ਰਿਹਾ ਹਾਂ, ਵਿਚਾਰਾਂ ਸਾਡੀਆਂ ਹਨ, ਗੁਰੂ ਨੇ ਜੋ ਬਖਸ਼ੀ ਉਹ ਸਾਡੀ ਸਾਨੂੰ ਜੋ ਬਖਸ਼ਿਆ ਉਹ ਕੀਤਾ, ਪਰ ਇਸ ਤੋਂ ਅੱਗੇ ਬਹੁਤ ਕੁਝ ਹੈ। ਮੈਂ ਫਿਰ ਬੇਨਤੀ ਕਰਦਾ ਕਿ ਅਸੀਂ ਦਰਿਆ ਦੇ ਵਿੱਚ ਇੱਕ ਛੋਟੀ ਜਿਹੀ ਕਣੀ ਹੈ ਜਿਹਨੂੰ ਅਸੀਂ ਪਾਣੀ ਦੀ ਬੂੰਦ ਚੁੱਕ ਲਈਏ, ਬਾਕੀ ਦਰਿਆ ਵਗ ਰਿਹਾ ਹੈ। ਜਿੰਨਾ ਅਸੀਂ ਉਹਦੇ ਵਿੱਚ ਦੇਖਦੇ ਜਾਵਾਂਗੇ, ਉਹਦੀਆਂ ਲਹਿਰਾਂ ਦਾ ਉਹਦਾ ਆਨੰਦ ਮਾਣਦੇ ਜਾਵਾਂਗੇ, ਉਹਦੀ ਖੂਬਸੂਰਤੀ, ਉਹਦਾ ਰੰਗ ਢੰਗ ਜਿਵੇਂ ਜੇ ਅਸੀਂ ਵੜਦੇ ਜਾਵਾਂਗੇ ਪਤਾ ਲੱਗਦਾ ਜਾਏਗਾ। ਇਹ ਸਾਡੀ ਮਿਹਨਤ ਦੇ ਉੱਤੇ ਡਿਪੈਂਡ ਕਰਦਾ, ਸਾਡੇ ਆਪਣੇ ਕਿਰਦਾਰ ਦੇ ਉੱਤੇ ਡਿਪੈਂਡ ਕਰਦਾ ਹੈ। ਅਸੀਂ ਕਿੰਨੀ ਮਿਹਨਤ ਕਰਦੇ ਹਾਂ, ਕਿੰਨਾ ਉਹਦੇ 'ਚ ਚਾਹੁੰਦੇ ਹਾਂ, ਕਿੰਨਾ ਜਾਨ ਦੂਰੋਂ ਦੇਖ ਕੇ ਕਹਿ ਦਿੰਦੇ ਉਹ ਦਰਿਆ ਚੱਲਦਾ, ਬਸ ਬਸ ਇੱਥੇ ਕਹਿ ਕੇ ਵੀ ਕੰਮ ਚੱਲ ਜਾਂਦਾ ਹੈ। ਪਰ ਦਰਿਆ ਦੇ ਨੇੜੇ ਹੋ ਕੇ ਦੇਖੀਏ ਤੇ ਉਹਦੇ ਉੱਠਦੀਆਂ ਹੋਈਆਂ ਲਹਿਰਾਂ ਤੇ ਉਹਦਾ ਪਾਣੀ ਤੇ ਉਹਦੇ ਕਿਆ ਮੌਜਾਂ ਹਨ ਉਹਦੀਆਂ, ਉਹ ਆਪਣੀਆਂ ਹੀ ਨਜ਼ਾਰੇ ਹੁੰਦੇ ਨੇ। ਉਹ ਜਿਹਨਾਂ ਮਾਣਿਆ ਉਹ ਬੇਮੁਸ਼ੱਕਤ ਕਾਲ ਹਨ, ਜਿਹੜੇ ਨਹੀਂ ਹਨ ਉਹ ਜੀਵਨ ਦੀ ਬਾਜੀ ਹਾਰ ਜਾਂਦੇ ਨੇ। ਤੇ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਇਹ ਸਾਰੇ ਗੁਣ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਹੈ ਨਵੇਂ ਸਾਡੇ ਨਾਲ ਜਾਣਕਾਰੀ ਕਰਾ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।